देश दुनिया में रेडियो अपना साझा पंजाब देख रहे सारे दर्शकों का बहुत बहुत स्वागत है। सारे दर्शकों को सत श्री अकाल, आदाब, गुड मॉर्निंग, वाहिगुरू जी का खालसा, वाहिगुरू जी की फतेह। मैं पंजाब बोलदा रोजाना ਅਸੀਂ ਤੁਹਾਡੇ सामने लेके पेश ਹੁੰਦੇ ਆ मंडे टू फ्राइडे, सोमवार तो लेके शुक्रवार तक ਤੇ ਰੋਜ਼ਾਨਾ ਅਸੀਂ ਪੰਜਾਬ ਤੇ ਪੰਜਾਬੀਆਂ ਨਾਲ ਜੁੜੇ ਇੱਕ ਨਵੇਂ ਮੁੱਦੇ ਤੇ ਭਖਦੇ ਮੁੱਦੇ ਤੇ ਵਿਚਾਰ ਕਰਦੇ ਹਾਂ। ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਵੀ ਸਾਡੇ ਨਾਲ ਜੁੜ ਸਕਦੇ ਹੋ। ਸਾਨੂੰ ਤੁਸੀਂ ਕਾਲ ਕਰ ਸਕਦੇ ਹੋ। ਸਾਡੇ ਜਿਹੜੇ ਫੋਨ ਨੰਬਰਸ ਨੇ ਪੰਜਾਬ ਦੇ ਕਾਲਰਸ ਦੇ ਲਈ 0172 519 9047 ਨੰਬਰ ਡਾਇਲ ਕਰਨ ਤੋਂ ਬਾਅਦ ਇੱਕ ਪਿਨ ਮੰਗਿਆ ਜਾਂਦਾ ਹੈ। ਪਿਨ ਤੁਸੀਂ ਐਂਟਰ ਕਰਨਾ ਹੈ 521096 ਤੇ ਹੈਸ਼। फेसबुक पे ਜਿਹੜੇ ਵਿਊਅਰਸ ਸਾਨੂੰ ਦੇਖ ਰਹੇ ਨੇ ਲਗਾਤਾਰ ਸਕਰੀਨ ਤੇ ਨੰਬਰ ਫਲੈਸ਼ ਹੋ ਰਿਹਾ ਹੈ, ਤੁਸੀਂ ਨੰਬਰ ਇਹ ਨੋਟ ਕਰ ਸਕਦੇ ਹੋ। ਨਾਲ ਹੀ ਨਾਲ ਯੂਐਸ ਤੇ ਕੈਨੇਡਾ ਦੇ ਜਿਹੜੇ ਦਰਸ਼ਕ ਨੇ, ਕੈਨੇਡਾ ਦੇ ਜਿਹੜੇ ਵਿਊਅਰਸ ਨੇ, ਲਿਸਨਰਸ ਨੇ, ਉਹ ਸਾਨੂੰ ਕਾਲ ਕਰ ਸਕਦੇ ਨੇ 701 801 95 97 701 801 9597। ਤੁਸੀਂ ਸਾਡੇ ਨਾਲ ਅੱਜ ਵੀ ਪ੍ਰੋਗਰਾਮ ਦੇ ਵਿੱਚ ਜੁੜ ਸਕਦੇ ਹੋ। ਅੱਜ ਪ੍ਰੋਗਰਾਮ ਦਾ ਜੋ ਵਿਸ਼ਾ ਅਸੀਂ ਲੈ ਕੇ ਆਏ ਹਾਂ ਉਹ ਸਿੱਖ ਪੰਥ ਦੇ ਵਿੱਚ, ਸਿੱਖ ਕੌਮ ਦੇ ਵਿੱਚ ਇੱਕ ਬਿਲਕੁਲ ਹੀ ਨਿਵੇਕਲਾ ਕਦਮ ਚੁੱਕਿਆ ਗਿਆ ਹੈ। ਪੰਥਕ ਅਸੈਂਬਲੀ ਕਰਵਾਈ ਗਈ ਹੈ ਅੰਮ੍ਰਿਤਸਰ ਦੇ ਵਿੱਚ, ਜਿਸ ਦਾ 2 ਦਿਨਾਂ ਇਜਲਾਸ ਰੱਖਿਆ ਗਿਆ ਸੀਗਾ। ਉਸ ਤੇ ਅਸੀਂ ਅੱਜ ਗੱਲਬਾਤ ਕਰਾਂਗੇ। 19 ਤੇ 20 ਅਕਤੂਬਰ ਨੂੰ ਜਿਹੜੀ ਅਸੈਂਬਲੀ ਹੈ ਉਹ ਅੰਮ੍ਰਿਤਸਰ ਦੇ ਵਿੱਚ ਰੱਖੀ ਗਈ ਸੀ। ਵੱਖ-ਵੱਖ ਜਥੇਬੰਦੀਆਂ, ਪੂਰੀ ਤਰ੍ਹਾਂ ਵਿਧਾਨ ਸਭਾ ਦਾ ਜਿਹੜਾ ਇਜਲਾਸ ਹੁੰਦਾ ਹੈ, ਜਿਸ ਤਰ੍ਹਾਂ ਵਿਧਾਨ ਸਭਾ ਲੱਗਦੀ ਹੈ, ਵਿਧਾਨ ਸਭਾ ਬੈਠਦੀ ਹੈ, ਉਸੇ ਤਰ੍ਹਾਂ ਦੇ ਨਾਲ ਪੰਥਕ ਅਸੈਂਬਲੀ ਦਾ ਇਜਲਾਸ ਹੈ ਜਿਹੜਾ ਉਹ ਰੱਖਿਆ ਗਿਆ ਸੀ। ਉਹੀ ਨਜ਼ਾਰਾ ਲੋਕਾਂ ਨੂੰ ਦੇਖਣ ਨੂੰ ਮਿਲਿਆ। ਪਰ ਉਸ ਪੰਥਕ ਅਸੈਂਬਲੀ ਦੇ ਵਿੱਚ ਕੌਣ-ਕੌਣ ਸ਼ਾਮਿਲ ਸੀ, ਕਿਸ ਦਾ ਇਹ ਵਿਚਾਰ ਸੀ, ਕਿਸ ਨੇ ਪੂਰਾ ਪ੍ਰਬੰਧ ਹੈ ਜਿਹੜਾ ਉਹ ਕੀਤਾ ਤੇ ਕੀ ਇਹਦੇ ਵਿੱਚ ਮਤੇ ਪੇਸ਼ ਕੀਤੇ ਗਏ ਤੇ ਉਸ ਤੋਂ ਬਾਅਦ ਜਿਹੜੇ ਮਤੇ ਪੇਸ਼ ਕੀਤੇ ਗਏ ਉਹਨਾਂ ਤੇ ਅਮਲ ਕਿਵੇਂ ਤੇ ਕੌਣ ਕਰੂਗਾ। ਕੀ ਪੰਥਕ ਅਸੈਂਬਲੀ ਦੇ ਸਾਰੇ ਮਤੇ ਸਿੱਖ ਪੰਥ ਦੇ ਵੱਲੋਂ ਮੰਨੇ ਜਾਣਗੇ? ਕਿ ਸਿੱਖ ਪੰਥ ਇਸ ਪੰਥਕ ਅਸੈਂਬਲੀ ਦੇ ਵਿੱਚ ਇਕਜੁੱਟ ਹੈ ਜਾਂ ਫਿਰ ਵਿਧਾਨ ਸਭਾ ਦੇ ਵਾਂਗ ਜਿਵੇਂ ਵਿਰੋਧੀ ਧਿਰਾਂ ਬੈਠਦੀਆਂ ਨੇ ਉਸੇ ਤਰ੍ਹਾਂ ਹੀ ਪੰਥਕ ਅਸੈਂਬਲੀ ਦਾ ਵੀ ਇਜਲਾਸ ਹੈ ਜਿਹੜਾ ਉਹ ਹੋਇਆ ਕਰੇਗਾ। ਸੋ ਇਹਨਾਂ ਸਾਰੇ ਵਿਸ਼ਿਆਂ ਤੇ ਅਸੀਂ ਵਿਚਾਰ ਕਰਾਂਗੇ। ਸਾਡੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਨੇ ਸੁਖਦੇਵ ਸਿੰਘ ਭੌਲ ਉਹ ਜੁੜਨਗੇ ਤੇ ਨਾਲ ਹੀ ਨਾਲ ਉਹ ਪੰਥਕ ਅਸੈਂਬਲੀ ਦੇ ਸਪੀਕਰ ਵੀ ਨੇ। ਉਸ ਤੋਂ ਪਹਿਲਾਂ ਆਪਾਂ ਜਿਹੜੀ ਖਾਸ ਖਬਰਾਂ ਦੇ ਉਹਨਾਂ ਤੇ ਇੱਕ ਵਾਰੀ ਨਜ਼ਰ ਜ਼ਰੂਰ ਪਾ ਲੈਂਦੇ ਹਾਂ। ਸਭ ਤੋਂ ਵੱਡੀ ਜਿਹੜੀ ਖਬਰ ਅੱਜ ਦੀ ਹੈ, ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਥਾਪ ਦਿੱਤੇ ਗਏ ਨੇ। ਸ਼੍ਰੀ ਅਕਾਲ ਤਖਤ ਸਾਹਿਬ ਦੇ ਜਿਹੜੇ ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ, ਉਹਨਾਂ ਨੇ ਪਿਛਲੇ ਦਿਨੀ ਅਸਤੀਫਾ ਸੌਂਪ ਦਿੱਤਾ ਸੀ ਤੇ ਉਹਨਾਂ ਦਾ ਅਸਤੀਫਾ ਕੱਲ ਪ੍ਰਵਾਨ ਕਰ ਲਿਆ ਗਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਰਜਕਾਰਨੀ ਦੀ ਬੈਠਕ ਹੋਈ ਸੀ ਕੱਲ। ਉਸ ਦੇ ਵਿੱਚ ਹਾਲਾਂਕਿ ਪੱਕਾ ਜਥੇਦਾਰ ਨਹੀਂ ਮਿਲਿਆ, ਆਪਾਂ ਕਹ ਲਈਏ ਬਾਦਲ ਪਰਿਵਾਰ ਨੂੰ ਜਾਂ ਕਹ ਲਈਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ, ਇਸ ਕਰਕੇ ਕਾਰਜਕਾਰੀ ਜਥੇਦਾਰ ਥਾਪਿਆ ਗਿਆ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ, ਯਾਨੀ ਕਿ ਉਹਨਾਂ ਨੂੰ ਡਬਲ ਜਥੇਦਾਰੀ ਮਿਲ ਗਈ ਹੈ। ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਤਾਂ ਬਣੇ ਹੀ ਰਹਿਣਗੇ, ਨਾਲ ਹੀ ਨਾਲ ਸ਼੍ਰੀ ਅਕਾਲ ਤਖਤ ਸਾਹਿਬ ਦੇ ਐਕਟਿੰਗ ਜਥੇਦਾਰ ਉਹਨਾਂ ਨੂੰ ਥਾਪਿਆ ਗਿਆ। ਦੂਸਰੀ ਵੱਡੀ ਖਬਰ ਪੰਥਕ ਅਸੈਂਬਲੀ ਦੀ ਹੈ ਕਿ ਪੰਥਕ ਅਸੈਂਬਲੀ ਦੇ ਵਿੱਚ ਕੀ ਕੁਝ ਵਾਪਰਿਆ, ਉਹ ਤੇ ਅਸੀਂ ਚਰਚਾ ਕਰਨੀ ਹੀ ਹੈ। ਤੀਸਰੀ ਵੱਡੀ ਖਬਰ ਅੰਮ੍ਰਿਤਸਰ ਰੇਲ ਹਾਦਸੇ ਦੇ ਨਾਲ ਜੁੜੀ ਹੋਈ ਹੈ। ਅੰਮ੍ਰਿਤਸਰ ਰੇਲ ਹਾਦਸਾ 19 ਅਕਤੂਬਰ ਦੁਸਹਿਰੇ ਵਾਲੇ ਦਿਨ ਵਾਪਰਿਆ ਸੀ। ਬਹੁਤ ਵੱਡੀ ਟ੍ਰੈਜਡੀ, ਜਿਹਦੇ ਵਿੱਚ ਸਰਕਾਰੀ ਅੰਕੜਿਆਂ ਦੇ ਮੁਤਾਬਿਕ 61 ਮੌਤਾਂ ਹੋਈਆਂ, ਪਰ ਜਿਹੜੇ ਪ੍ਰਤੱਖਦਰਸ਼ੀ ਨੇ, ਉੱਥੋਂ ਦੇ ਆਮ ਲੋਕ ਨੇ ਜਿਹੜੇ ਦੁਸਹਿਰੇ ਦੇ ਵਿੱਚ ਸ਼ਾਮਲ ਸਨ, ਉਹਨਾਂ ਦੇ ਮੁਤਾਬਿਕ ਇਹ ਗਿਣਤੀ 200 ਤੋਂ ਵੱਧ ਹੈ। ਤੇ ਸੱਚ ਸਾਹਮਣੇ ਕਿਉਂ ਨਹੀਂ ਲਿਆਂਦਾ ਜਾ ਰਿਹਾ, ਇਸ ਦਾ ਜਵਾਬ ਹੈ ਜਿਹੜਾ ਉਹ ਪ੍ਰਸ਼ਾਸਨ ਹੀ ਦੇ ਸਕਦਾ ਹੈ। ਸੋ ਉਸ ਰੇਲ ਹਾਦਸੇ ਦੇ ਨਾਲ ਸੰਬੰਧਿਤ ਖਬਰ ਹੈ। ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ, ਉਹਨਾਂ ਨੇ ਇੱਕ ਵੱਡਾ ਐਲਾਨ ਕੀਤਾ ਕੱਲ ਪ੍ਰੈਸ ਕਾਨਫਰੰਸ ਸੀ, ਕਿਉਂਕਿ ਨਵਜੋਤ ਸਿੱਧੂ ਪਤੀ ਪਤਨੀ ਦੋਵੇਂ ਲੋਕਾਂ ਦੇ ਸਵਾਲਾਂ ਦਾ ਸ਼ਿਕਾਰ ਬਣ ਰਹੇ ਸੀ। ਉਹਨਾਂ ਤੇ ਪੋਲੀਟੀਕਲ ਪਾਰਟੀਆਂ ਨੇ ਜਿਹੜੀਆਂ ਵਿਰੋਧੀ ਧਿਰਾਂ ਨੇ ਉਹ ਵੱਡੇ ਇਲਜ਼ਾਮ ਲਾ ਰਹੀਆਂ ਸੀ। ਖਾਸ ਕਰਕੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਪਰਚਾ ਦਰਜ ਕਰਨ ਦੀ ਮੰਗ ਕੀਤੀ ਜਾ ਰਹੀ ਸੀ। ਨਵਜੋਤ ਕੌਰ ਸਿੱਧੂ ਤੇ ਨਵਜੋਤ ਸਿੰਘ ਸਿੱਧੂ ਦੇ ਅਸਤੀਫੇ ਦੀ ਮੰਗ ਕੀਤੀ ਜਾ ਰਹੀ ਸੀ। ਇਸ ਦਰਮਿਆਨ ਨਵਜੋਤ ਸਿੰਘ ਸਿੱਧੂ ਨੇ ਪ੍ਰੈਸ ਕਾਨਫਰੰਸ ਕੀਤੀ। ਸੁਨੀਲ ਜਾਖੜ ਪੰਜਾਬ ਕਾਂਗਰਸ ਦੇ ਪ੍ਰਧਾਨ, ਦੋਵਾਂ ਨੇ ਪ੍ਰੈਸ ਕਾਨਫਰੰਸ ਕੀਤੀ ਤੇ ਨਵਜੋਤ ਸਿੰਘ ਸਿੱਧੂ ਨੇ ਵੱਡਾ ਐਲਾਨ ਕੀਤਾ ਕਿ ਜਿੰਨੇ ਵੀ ਹਾਦਸੇ ਦੇ ਵਿੱਚ ਮਾਰੇ ਗਏ ਲੋਕ ਨੇ, ਉਹਨਾਂ ਦੇ ਬੱਚਿਆਂ ਦੇ ਪਾਲਣ ਪੋਸ਼ਣ ਦੀ ਸਾਰੀ ਜ਼ਿੰਮੇਵਾਰੀ ਨਵਜੋਤ ਸਿੰਘ ਸਿੱਧੂ ਨੇ ਚੱਕੀ ਹੈ। ਇੱਕ ਕਰਾਰਾ ਜਵਾਬ ਦਿੱਤਾ ਹੈ।
ਵਿਰੋਧੀਆਂ ਨੂੰ ਜਿਹੜੇ ਉਹਨਾਂ ਤੇ ਨਿਸ਼ਾਨੇ ਲਗਾ ਰਹੇ ਸਨ ਤੇ ਹੁਣ ਨਵਜੋਤ ਸਿੰਘ ਸਿੱਧੂ ਉਹਨਾਂ ਦੇ ਪਾਲਣ ਪੋਸ਼ਣ ਦਾ ਪੜ੍ਹਾਈ ਦਾ ਸਾਰਾ ਖਰਚਾ ਚੁੱਕਣਗੇ। ਯਾਨੀ ਕਿ ਨਵਜੋਤ ਸਿੰਘ ਸਿੱਧੂ ਨੇ ਹਾਦਸੇ 'ਚ ਮਾਰੇ ਗਏ ਮਾਪਿਆਂ ਦੇ ਪਰਿਵਾਰਾਂ ਨੂੰ, ਮਾਪਿਆਂ ਦੇ ਬੱਚਿਆਂ ਨੂੰ ਅਡਾਪਟ ਕਰ ਲਿਆ। ਇੱਕ ਅਹਿਮ ਖਬਰ ਹੋਰ 22 ਅਕਤੂਬਰ ਨੂੰ ਇਤਿਹਾਸ ਨਾਲ ਜੁੜੀ ਹੋਈ ਹੈ। ਪੰਜਾਬ ਦਾ ਆਖਰੀ ਮਹਾਰਾਜਾ ਦਲੀਪ ਸਿੰਘ 22 ਅਕਤੂਬਰ 1893 ਨੂੰ ਸਦਾ ਦੇ ਲਈ ਇਸ ਦੁਨੀਆ ਤੋਂ ਅਲਵਿਦਾ ਕਹਿ ਗਿਆ ਸੀ ਤੇ ਪੰਜਾਬ ਦੇ ਵਿੱਚ ਆਪਾਂ ਕਹਿ ਲਈਏ ਸਿੱਖ ਰਾਜ ਦਾ ਇੱਕ ਤਰੀਕੇ ਨਾਲ ਅੰਤ ਹੋ ਗਿਆ ਸੀ। ਅੰਤ ਉਸੇ ਵੇਲੇ ਹੋ ਗਿਆ ਸੀ ਜਦੋਂ ਮਹਾਰਾਜਾ ਰਣਜੀਤ ਸਿੰਘ ਸ਼ੇਰੇ ਪੰਜਾਬ ਦੀ ਮੌਤ ਹੋਈ ਸੀ। ਪਰ ਕਿਤੇ ਨਾ ਕਿਤੇ ਆਸ ਦੀ ਕਿਰਨ ਬਾਕੀ ਸੀ। ਮਹਾਰਾਜਾ ਦਲੀਪ ਸਿੰਘ ਦੇ ਅੰਦਰ ਵੀ ਰਾਜ ਦੀ ਚਿਣਕ ਸੀ ਤੇ ਨਾਲ ਹੀ ਨਾਲ ਕਿਤੇ ਨਾ ਕਿਤੇ ਪੰਜਾਬੀਆਂ ਨੂੰ ਵੀ ਸੀ ਕਿ ਸ਼ਾਇਦ ਮਹਾਰਾਜਾ ਦਲੀਪ ਸਿੰਘ ਕੁਝ ਕਰਨਗੇ। ਪਰ ਜਦੋਂ ਉਹਨਾਂ ਦੀ 22 ਅਕਤੂਬਰ ਨੂੰ ਮੌਤ ਹੋ ਗਈ ਤਾਂ ਸਦਾ ਦੇ ਲਈ ਉਸ ਰਾਜ ਦੀ ਆਸ ਖਤਮ ਹੋ ਗਈ ਸੀ। ਸੋ ਇਹ ਜਿਹੜੀਆਂ ਮੇਨ ਖਬਰਾਂ ਨੇ ਅੱਜ ਦੀਆਂ, ਤੇ ਹੁਣ ਅਸੀਂ ਚਰਚਾ ਜਿਹੜੀ ਉਹ ਆਰੰਭ ਕਰਾਂਗੇ ਪੰਥਕ ਅਸੈਂਬਲੀ 2 ਰੋਜ਼ਾ ਇਜਲਾਸ ਸੱਦਿਆ ਗਿਆ ਅੰਮ੍ਰਿਤਸਰ ਦੇ ਵਿੱਚ ਵਿਧਾਨ ਸਭਾ ਦੀ ਤਰਜ਼ ਤੇ। ਮੁੱਖ ਕਾਰਨ ਇਹਦਾ ਸੱਦਣ ਦਾ ਇਹੀ ਸੀ ਕਿ ਬਰਗਾੜੀ ਦੇ ਵਿੱਚ ਜਾਂ ਕਹਿ ਲਈਏ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਇਨਸਾਫ ਨਹੀਂ ਮਿਲ ਰਿਹਾ। ਉਸ ਦੀ ਮੰਗ ਦੇ ਵਿੱਚ ਬਰਗਾੜੀ ਦੇ ਵਿੱਚ ਵੱਡਾ ਮੋਰਚਾ ਲੱਗਿਆ ਹੋਇਆ ਹੈ ਔਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨੂੰ ਲੈ ਕੇ ਚਰਚਾ ਇਸ ਪੰਥਕ ਅਸੈਂਬਲੀ ਦੇ ਵਿੱਚ ਹੋਈ। ਖਾਸ ਤੌਰ ਤੇ ਇਸ ਮੁੱਦੇ ਨੂੰ ਲੈ ਕੇ ਪੰਥਕ ਅਸੈਂਬਲੀ ਸੱਦੀ ਗਈ ਸੀ। 117 ਮੈਂਬਰ ਇਹਦੇ ਵਿੱਚ ਬੁਲਾਏ ਗਏ ਸੀਗੇ। ਪਹਿਲੇ ਦਿਨ ਪੰਥਕ ਅਸੈਂਬਲੀ ਦੇ ਵਿੱਚ 94 ਮੈਂਬਰ ਪਹੁੰਚੇ ਤੇ ਦੂਸਰੇ ਦਿਨ 114 ਮੈਂਬਰ ਨੇ ਜਿਹੜੇ ਉਹ ਹਾਜ਼ਰ ਹੋਏ ਸੀਗੇ ਪੰਥਕ ਅਸੈਂਬਲੀ ਦੇ ਵਿੱਚ। ਐਸਜੀਪੀਸੀ ਦੇ ਸਾਬਕਾ ਜਨਰਲ ਸਕੱਤਰ ਸੁਖਦੇਵ ਸਿੰਘ ਭੌਰ ਉਹਨਾਂ ਨੇ ਸਪੀਕਰ ਦੀ ਡਿਊਟੀ ਸੰਭਾਲੀ ਸੀ। 10-10 ਮਿੰਟ ਦਾ ਸਮਾਂ ਸਾਰੇ ਮੈਂਬਰਾਂ ਨੂੰ ਦਿੱਤਾ ਗਿਆ ਜਿਨ੍ਹਾਂ ਨੇ ਇਸ ਦੇ ਵਿੱਚ ਇਜਲਾਸ ਦੇ ਵਿੱਚ ਆਪਣੀ ਤਕਰੀਰ ਰੱਖਣੀ ਸੀ। ਸੋ ਪਹਿਲੇ ਦਿਨ ਪੰਥਕ ਅਸੈਂਬਲੀ ਦੇ ਵਿੱਚ ਜੋ ਹੋਇਆ ਉਹ ਬਾਦਲ ਪਰਿਵਾਰ ਤੇ ਹਮਲੇ ਕੀਤੇ ਗਏ। ਬਾਦਲ ਪਰਿਵਾਰ ਉੱਤੇ ਸਿੱਖਾਂ ਨੂੰ ਆਪਸ ਵਿੱਚ ਲੜਾਉਣ ਤੇ ਸਿੱਖੀ ਨੂੰ ਖੋਰਾ ਲਾਉਣ ਦੇ ਦੋਸ਼ ਲਾਏ ਗਏ ਪੰਥਕ ਅਸੈਂਬਲੀ ਦੇ ਇਜਲਾਸ ਦੇ ਵਿੱਚ। ਉਸ ਤੋਂ ਬਾਅਦ ਜੋ ਅਹਿਮ ਗੱਲ ਹੈ ਉਹ ਕਿ ਬਰਗਾੜੀ ਮੋਰਚੇ ਦੀ ਹਮਾਇਤ ਤੇ ਬਾਦਲਾਂ ਦੇ ਬਾਈਕਾਟ ਦਾ ਸੱਦਾ ਪੰਥਕ ਅਸੈਂਬਲੀ ਦੇ ਵਿੱਚ ਦਿੱਤਾ ਗਿਆ। ਨਾਲ ਹੀ ਨਾਲ ਜਿਹੜਾ ਸੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਬਿਨਾਂ ਕਿਸੇ ਵਿਧੀ ਵਿਧਾਨ ਦੇ ਘੜੇ ਬਿਨਾਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਪ੍ਰਵਾਨ ਨਾ ਕਰਨ ਦੇ ਮਤਿਆਂ ਨੂੰ ਵੀ ਪ੍ਰਵਾਨਗੀ ਦਿੱਤੀ ਗਈ। ਹੋਰ ਕਿਹੜੇ ਮਤੇ ਪ੍ਰਵਾਨ ਕੀਤੇ ਗਏ ਪੰਥਕ ਅਸੈਂਬਲੀ ਦੇ ਇਜਲਾਸ ਦੇ ਵਿੱਚ? ਤੇ ਪੰਥਕ ਅਸੈਂਬਲੀ ਦੇ ਇਜਲਾਸ ਨੂੰ ਲੈ ਕੇ ਸਾਡੇ ਕੋਲ ਬਹੁਤ ਸਾਰੇ ਸਵਾਲ ਨੇ। ਦਰਸ਼ਕਾਂ ਦੇ ਮਨ ਦੇ ਵਿੱਚ ਵੀ ਬਹੁਤ ਸਾਰੇ ਸਵਾਲ ਨੇ। ਸਾਡੇ ਨਾਲ ਜੁੜ ਚੁੱਕੇ ਨੇ ਪੰਥਕ ਅਸੈਂਬਲੀ ਦੇ ਸਪੀਕਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਸੁਖਦੇਵ ਸਿੰਘ ਭੌਰ। ਸੁਖਦੇਵ ਸਿੰਘ ਭੌਰ ਜੀ, ਬਹੁਤ-ਬਹੁਤ ਸਵਾਗਤ ਹੈ ਪ੍ਰੋਗਰਾਮ ਮੈਂ ਪੰਜਾਬ ਬੋਲਦਾ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਭੌਰ ਸਾਹਿਬ, ਪੰਥ ਦੇ ਵਿੱਚ ਸਿੱਖ ਕੌਮ ਦੇ ਵਿੱਚ ਇੱਕ ਨਿਵੇਕਲਾ ਜਿਹਾ ਕਦਮ, ਨਿਵੇਕਲੀ ਜੀ ਕਾਰਵਾਈ ਸਾਹਮਣੇ ਆਈ ਹੈ ਪਿਛਲੇ ਦਿਨਾਂ ਦੇ ਵਿੱਚ। 2 ਦਿਨਾਂ ਪੰਥਕ ਅਸੈਂਬਲੀ ਬੁਲਾਈ ਗਈ ਜਿਸਦਾ ਇਜਲਾਸ ਅੰਮ੍ਰਿਤਸਰ ਦੇ ਵਿੱਚ ਸੀ। ਸੋ ਤੁਹਾਡੇ ਤੋਂ ਜਾਣਨਾ ਚਾਹਾਂਗੇ ਕਿਹੜੇ ਅਹਿਮ ਮਤਿਆਂ ਨੂੰ ਪ੍ਰਵਾਨਗੀ ਦਿੱਤੀ ਗਈ ਪੰਥਕ ਅਸੈਂਬਲੀ ਦੇ ਵਿੱਚ? ਦੇਖੋ ਬੇਟਾ, ਪਹਿਲਾਂ ਤਾਂ ਸਾਡਾ ਅਸੀਂ ਬਹੁਤ ਦੇਰ ਤੋਂ ਇਹ ਸੋਚ ਰਹੇ ਸੀ ਕਿ ਬਹੁਤ ਗੰਭੀਰ ਸਮੱਸਿਆਵਾਂ ਪੰਥ ਦੇ ਦਰਪੇਸ਼ ਹਨ, ਪਰੰਤੂ ਪੰਥ ਇਕੱਠਾ ਨਹੀਂ ਹੋ ਰਿਹਾ। ਬਹੁਤ ਵੱਡੇ ਮੁੱਦਿਆਂ ਦੇ ਉੱਤੇ ਵੀ ਪੰਥ ਦੀ ਸੁਰ ਇੱਕ ਸੁਰ ਕਿਉਂ ਨਹੀਂ ਹੋ ਰਹੀ, ਇਹਦੀ ਬੜੀ ਵੱਡੀ ਚਿੰਤਾ ਸੀ। ਤੁਸੀਂ ਜਾਣਦੇ ਹੋ ਕਿ ਜਦੋਂ ਇਹ ਸਾਰਾ ਹੀ ਘਟਨਾਕ੍ਰਮ ਸਤਿਗੁਰੂ ਸਾਹਿਬ ਜੀ ਦੀ ਬੇਅਦਬੀ ਦਾ ਬੁਰਜ ਜਵਾਹਰ ਸਿੰਘ ਵਾਲਾ ਤੋਂ ਸ਼ੁਰੂ ਹੋਇਆ ਤੇ 12 ਤਰੀਕ ਨੂੰ ਬੇਅਦਬੀ ਹੁੰਦੀ ਹੈ। 12 ਅਕਤੂਬਰ ਨੂੰ 14 ਅਕਤੂਬਰ ਨੂੰ ਜਦੋਂ ਗੋਲੀ ਚੱਲ ਜਾਂਦੀ ਹੈ ਤੇ ਸਭ ਤੋਂ ਪਹਿਲਾਂ ਮੈਂ ਹੀ ਅਸਤੀਫਾ ਦਿੱਤਾ ਸੀ ਆਪਣੇ ਪਦ ਤੋਂ ਤੇ ਸ਼੍ਰੋਮਣੀ ਅਕਾਲੀ ਦਲ ਤੇ ਅਸਤੀਫੇ ਹੋਰ ਵੀ ਆਏ, ਵਕਤ ਬ ਵਕਤ ਆਵਾਜ਼ਾਂ ਵੀ ਉੱਠਦੀਆਂ ਰਹੀਆਂ, ਪਰੰਤੂ ਜੋ ਪ੍ਰਾਪਤ ਕੀਤਾ ਜਾਣਾ ਚਾਹੀਦਾ ਸੀ ਕੌਮ ਵੱਲੋਂ ਪ੍ਰਾਪਤ ਨਹੀਂ ਸੀ ਹੋ ਰਿਹਾ। ਅਸੀਂ ਬਹੁਤ ਦੀਰਘ ਵਿਚਾਰ ਕਰਨ ਤੋਂ ਬਾਅਦ 5-6 ਸੱਜਣ ਜਿਹੜੇ ਅਸੀਂ ਬੈਠ ਕੇ ਅਸੀਂ ਨਿਰਣਾ ਲਿਆ ਵੀ ਆਪਾਂ ਕੌਮ ਦੇ ਜਿੰਨੇ ਮਰਜ਼ੀ ਜਥੇਬੰਦੀਆਂ ਹੋਣ, ਕਿਸੇ ਦੇ ਕੋਈ ਮਤਭੇਦ ਹਨ ਨਹੀਂ ਹਨ, ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਤਾਂ ਸਾਰੇ ਮੰਨਦੇ ਹਨ ਤੇ ਜੇ ਗੁਰੂ ਦੀ ਬੇਪਤੀ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ, ਗੁਰੂ ਸਾਹਿਬ ਦੇ
ਸ਼ਬਦ ਦੀ ਗੁਰਬਾਣੀ ਦਾ ਅਪਮਾਨ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਆਪਾਂ ਸਿੱਖ ਕਹਾਉਣ ਵਾਲੇ ਇਹਦੇ ਤੇ ਵੀ ਇਕੱਠੇ ਨਹੀਂ ਹੋ ਸਕਦੇ। ਅਸੀਂ ਤਕਰੀਬਨ ਸਾਨੂੰ 1.5 ਮਹੀਨਾ ਲੱਗਾ, ਇਕੱਲੇ ਜਥੇਬੰਦੀ ਦੇ ਮੁਖੀ ਨੂੰ ਜਾ ਕੇ ਮਿਲੇ, ਸਭ ਨੂੰ ਬੇਨਤੀ ਕੀਤੀ ਵੀ ਬੇਸ਼ੱਕ ਤੁਹਾਡੇ ਕਿਸੇ ਦੂਸਰੀ ਜਥੇਬੰਦੀ ਨਾਲ ਵਿਚਾਰ ਨਹੀਂ ਵੀ ਰਲਦੇ, ਤੁਸੀਂ ਘੱਟੋ ਘੱਟ ਬੈਠ ਕੇ ਕਹਿਣ ਤੇ ਸੁਣਨ ਦਾ ਮਾਦਾ ਤੇ ਪੈਦਾ ਕਰੋ। ਦੂਜਿਆਂ ਦੀ ਸੁਣੋ, ਆਪਣੀ ਸੁਣਾਓ, ਜੋ ਸਾਂਝੀ ਰਾਏ ਬਣੇਗੀ ਉਹਦੇ ਮੁਤਾਬਕ ਅਮਲ ਕਰ ਲੈਣਾ। ਔਰ ਇਹ ਸਾਡੀ ਕੋਸ਼ਿਸ਼ ਸੀ ਕਿ ਪੰਥ ਦੀਆਂ ਵੱਖ-ਵੱਖ ਵੰਨਗੀਆਂ ਜਿਹੜੀਆਂ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਸਮਰਪਿਤ ਹੋ ਕੇ ਤੁਰ ਰਹੀਆਂ ਹਨ, ਉਹਨਾਂ ਨੂੰ ਇੱਕ ਥਾਂ ਤੇ ਬਿਠਾਲਿਆ ਜਾਵੇ, ਸੰਵਾਦ ਰਚਾਇਆ ਜਾਵੇ। ਔਰ ਉਸ ਸੰਵਾਦ ਰਾਹੀਂ ਜਿਹੜੇ ਲੋਕ ਸਤਿਗੁਰੂ ਸਾਹਿਬ ਜੀ ਦੇ ਅਪਮਾਨ ਦੇ ਜ਼ਿੰਮੇਵਾਰ ਹਨ, ਪੰਥਕ ਸੰਸਥਾਵਾਂ ਦੀ ਬੇਹੁਰਮਤੀ ਦੇ ਜ਼ਿੰਮੇਵਾਰ ਹਨ, ਪੰਥਕ ਸੰਸਥਾਵਾਂ ਦੇ ਆਗੂਆਂ ਨੂੰ ਬੌਣੇ ਕਰਨ ਦੇ ਜ਼ਿੰਮੇਵਾਰ ਹਨ, ਉਹਨਾਂ ਨੂੰ ਨੰਗਾ ਵੀ ਕੀਤਾ ਜਾਵੇ। ਔਰ ਪੰਥ ਦੀ ਇਕਸੁਰਤਾ ਬਣਾਉਣ ਦੇ ਲਈ ਪੰਥ ਨੂੰ ਇੱਕ ਸੰਵੇਦਨਸ਼ੀਲ ਮੁੱਦੇ ਦੇ ਉੱਤੇ ਅੰਦਰ ਬਿਠਾ ਕੇ ਸਾਰੀ ਗੱਲ ਕਰਨ ਤੋਂ ਬਾਅਦ ਕੋਈ ਡਾਕੂਮੈਂਟ ਤਿਆਰ ਕੀਤਾ ਜਾਵੇ, ਜਿਹੜਾ ਡਾਕੂਮੈਂਟ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਇੱਕ ਐਸਾ ਮਾਰਗਦਰਸ਼ਕ ਹੋਵੇ ਵੀ ਫਲਾਨੇ ਬੰਦੇ ਨੇ ਇਸ ਇਸ਼ੂ ਤੇ ਆਹ ਕਿਹਾ ਸੀ, ਫਲਾਨੇ ਬੰਦੇ ਨੇ ਆਹ ਕਿਹਾ ਸੀ। ਹੁਣ ਤੱਕ ਸਿਰਫ ਮਜ਼ਾਕ ਉਡਾਇਆ ਜਾਂਦਾ ਰਿਹਾ ਕੌਮ ਦਾ। ਪਿਛਲੀ ਸਰਕਾਰ ਨੇ ਵੀ ਮਜ਼ਾਕ ਉਡਾਇਆ, ਹੁਣ ਵਾਲੇ ਵੀ ਉਡਾ ਰਹੇ। ਔਰ ਅਸੈਂਬਲੀ ਦੇ ਵਿੱਚ ਸਾਰਾ ਦਿਨ ਦਾ ਸੈਸ਼ਨ ਲਾ ਕੇ ਨਿਕਲਿਆ ਕੁਛ ਨਹੀਂ, ਸਵਾਲ ਲੱਛੇਦਾਰ ਭਾਸ਼ਣਾਂ ਤੋਂ, ਨਾ ਕੌਮ ਨੂੰ ਇਨਸਾਫ ਮਿਲਿਆ। ਸਾਰੀ ਦੁਨੀਆ ਨੂੰ ਪਤਾ ਹੈ ਕੌਣ ਅਪਮਾਨ ਕਰਨ ਵਾਲਾ ਹੈ, ਕੌਣ ਕਰਾਉਣ ਵਾਲਾ, ਪਰ ਫਿਰ ਵੀ ਸਜ਼ਾ ਨਹੀਂ ਮਿਲੀ। ਇਹ ਸਾਡਾ ਇੱਕ ਸੰਵੇਦਨਾ ਸੀ ਜਿਹਦੇ ਲਈ ਅਸੀਂ ਸਮੁੱਚੇ ਪੰਥ ਨੂੰ ਆਵਾਜ਼ ਮਾਰੀ ਸੀ। ਮੈਂ ਸਮਝਦਾ ਕਿ ਬਾਕੀ ਕੁਝ ਹੋਵੇ ਨਾ ਹੋਵੇ, ਅਸੀਂ ਪੰਥ ਨੂੰ ਇੱਕ ਥਾਂ ਇਕੱਠੇ ਬਿਠਾਉਣ ਵਿੱਚ ਜ਼ਰੂਰ ਕਾਮਯਾਬ। ਜੀ ਬਿਲਕੁਲ ਭਾਈ ਸਾਹਿਬ, ਜਿਸ ਤਰ੍ਹਾਂ ਤੁਸੀਂ ਸਾਰੇ ਜੋ ਮੁੱਦਾ ਜੋ 2015 ਦੇ ਵਿੱਚ ਇੱਕ ਘਿਨਾਉਣੀ ਹਰਕਤ ਵਾਪਰੀ ਸੀ, ਘਿਨਾਉਣੀ ਘਟਨਾ ਵਾਪਰੀ ਸੀ, ਬਹੁਤ ਨਿਖੇਧੀ ਹੋਈ, ਉਸ ਦਾ ਤੁਸੀਂ ਬੜੇ ਸੰਖੇਪ ਸ਼ਬਦਾਂ ਦੇ ਵਿੱਚ ਸਾਨੂੰ ਵਿਸਥਾਰ ਕਰਕੇ ਔਰ ਪੰਥਕ ਅਸੈਂਬਲੀ ਦੇ ਬਾਰੇ ਦੱਸਿਆ ਕਿ ਕਿਸ ਤਰ੍ਹਾਂ ਤੁਸੀਂ ਇਸ ਵਿਧੀ ਵਿਧਾਨ ਨੂੰ ਤਿਆਰ ਕੀਤਾ ਤੇ ਕਿਉਂ ਲੋੜ ਪਈ। ਸੋ ਪੰਥਕ ਅਸੈਂਬਲੀ ਦੇ ਮੁੱਖ ਮਤਿਆਂ ਬਾਰੇ ਅਸੀਂ ਜ਼ਰੂਰ ਜਾਣਨਾ ਚਾਹਾਂਗੇ, ਕਿਹੜੇ ਮਤੇ ਪ੍ਰਵਾਨ ਕੀਤੇ ਗਏ ਤੇ ਨਾਲ ਹੀ ਨਾਲ ਪੰਥਕ ਅਸੈਂਬਲੀ ਦੇ ਵਿੱਚ ਜਿੰਨੇ ਵੀ ਮੈਂਬਰ ਸ਼ਾਮਿਲ ਹੋਏ ਸੀ, 117 ਮੈਂਬਰ, ਹਾਲਾਂਕਿ ਸਾਰੇ ਮੈਂਬਰ ਪ੍ਰੈਜ਼ੈਂਟ ਨਹੀਂ ਸੀਗੇ, ਤਾਂ ਕੀ ਉਹ ਸਾਰੇ ਮਤਿਆਂ ਤੇ ਅਮਲ ਕਰਨਗੇ, ਉਹਨਾਂ ਨੂੰ ਪ੍ਰਵਾਨ ਕੀਤਾ ਸਹਿਮਤੀ ਦੇ ਨਾਲ? ਦੇਖੋ, ਉੱਥੇ ਬੇਸ਼ੱਕ ਕੁਝ ਮਤਿਆਂ ਤੇ ਸਹਿਮਤੀ ਬਣਾਉਣ ਲਈ ਸਾਨੂੰ 2-4 ਮਿੰਟ ਦਾ ਸਮਾਂ ਲੱਗਾ। ਉਹ ਅਸੀਂ ਚਾਹੁੰਦੇ ਸੀ ਵੀ ਹਰ ਇੱਕ ਮਤਾ ਸਰਬਸੰਮਤੀ ਨਾਲ ਪਾਸ ਹੋ, ਔਰ ਉਹ ਸਰਬਸੰਮਤੀ ਨਾਲ ਹੀ ਸਾਰੇ ਮਤੇ ਪਾਸ ਕੀਤੇ ਗਏ। ਤੇ ਉਹਨਾਂ ਮਤਿਆਂ ਦੇ ਵਿੱਚ ਜਿਹੜਾ ਸਭ ਤੋਂ ਪਹਿਲਾਂ ਮਤਾ ਅਸੀਂ ਕੀਤਾ ਸੀ, ਅੰਮ੍ਰਿਤਸਰ ਸਾਹਿਬ ਦੇ ਵਿੱਚ ਇੱਕ ਬਹੁਤ ਵੱਡਾ ਦੁਖਾਂਤ ਵਾਪਰਿਆ ਪਿਛਲੇ ਦਿਨੀ, ਜਦੋਂ ਰੇਲ ਦੁਸਹਿਰਾ ਮਨਾ ਰਹੇ ਲੋਕ ਇੱਕ ਰੇਲ ਦੀ ਲਪੇਟ ਵਿੱਚ ਆ ਗਏ ਔਰ ਉੱਥੇ ਬਹੁਤ ਸਾਰੀਆਂ ਜਾਨਾਂ, ਕੀਮਤੀ ਜਾਨਾਂ ਜਿਹੜੀਆਂ ਉਹ ਅਜਾਈਂ ਚਲੇ ਗਈਆਂ। ਅਸੀਂ ਸਭ ਤੋਂ ਪਹਿਲਾਂ ਜਿਹੜਾ ਮਤਾ ਕੀਤਾ ਉਹਨਾਂ ਦੇ ਵਿਛੜ ਜਾਣ ਦਾ ਅਫਸੋਸ ਪ੍ਰਗਟ ਕਰਨ ਦਾ, ਔਰ ਉਹਨਾਂ ਦੇ ਲਈ ਉਹਨਾਂ ਦੀ ਆਤਮਿਕ ਸ਼ਾਂਤੀ ਦਾ ਮਤਾ ਸਭ ਤੋਂ ਪਹਿਲਾਂ ਜਿਹੜਾ ਪਾਸ ਕੀਤਾ ਗਿਆ ਸੀ। ਤੇ ਉਸ ਤੋਂ ਬਾਅਦ ਜਿਹੜੇ ਦੂਸਰੇ ਮਤੇ ਸਨ ਉਹਨਾਂ ਵਿੱਚ ਸਤਿਗੁਰੂ ਸਾਹਿਬ ਜੀ ਦੇ ਅਦਬ ਸਤਿਕਾਰ ਦਾ ਮਤਾ, ਆਪਣੀਆਂ ਪੰਥਕ ਸੰਸਥਾਵਾਂ ਦੀ ਵਕਾਰ ਬਹਾਲੀ ਦਾ ਮਤਾ, ਫਿਰ ਆਪਣੇ ਜਿਹੜੇ ਪੰਥਕ ਸੰਸਥਾਵਾਂ ਦੇ ਮੁਖੀ ਹਨ ਉਹਨਾਂ ਦੇ ਕਿਰਦਾਰ ਸੰਬੰਧੀ ਮਤੇ, ਔਰ ਉਹਨਾਂ ਤੋਂ ਉਹਨਾਂ ਦੀ ਕਿਰਦਾਰ ਵਕਾਰ ਬਹਾਲੀ ਕਿਵੇਂ ਕੀਤੀ ਜਾ ਸਕਦੀ ਹੈ ਉਹ ਮਤੇ ਸਨ। ਔਰ ਜਿਹੜੇ ਦੋਸ਼ੀ ਹਨ ਮੁੱਖ ਤੌਰ ਤੇ ਬਰਗਾੜੀ, ਬਹਿਬਲ ਤੇ ਬੁਰਜ ਜਵਾਹਰ ਸਿੰਘ ਵਾਲਾ ਦੇ, ਉਹਨਾਂ ਦੇ ਖਿਲਾਫ ਕਾਰਵਾਈ ਦਾ ਮਤਾ, ਔਰ ਜਿਹੜੇ ਪਰਿਵਾਰ ਨੇ ਉਹਨਾਂ ਦੋਸ਼ੀਆਂ ਨੂੰ ਫੜਨ ਵਿੱਚ ਕੁਤਾਹੀ ਕੀਤੀ, ਪੰਥ ਦਾ ਮੂੰਹ ਚੜਾਇਆ ਵਕਤ ਬ ਵਕਤ, ਕਦੀ ਇਹ ਕਹਿ ਕੇ ਕਿ ਗੁਰੂ ਗ੍ਰੰਥ ਸਾਹਿਬ ਦਾ ਇਨਸਾਫ ਮੰਗਦੇ ਲੋਕ ਘਰੋਂ ਵਿਹਲੇ ਹਨ, ਇਸ ਕਰਕੇ ਇਹ ਸੜਕਾਂ ਤੇ ਬੈਠੇ ਆ, ਤੇ ਹੁਣ ਲੱਗੇ ਹੋਏ ਇਨਸਾਫ ਮੋਰਚੇ ਨੂੰ ਉਹ ਕਦੀ ਅੱਤਵਾਦੀ ਤੇ ਵੱਖਵਾਦੀਆਂ ਦਾ ਮੋਰਚਾ, ਕਦੀ ਮੁਲਕ ਤੋੜਨ ਵਾਲਿਆਂ ਦਾ ਮੋਰਚਾ ਕਹਿ ਰਹੇ ਹਨ। ਇਹ ਸਾਰੇ ਦੋਸ਼ਾਂ ਦੇ ਆਧਾਰ ਤੇ ਉਸ ਪਰਿਵਾਰ ਦੇ ਸਮਾਜਿਕ ਤੇ ਰਾਜਨੀਤਿਕ ਬਾਈਕਾਟ ਦਾ ਕੌਲ ਦੇਣੀ, ਐਸੇ ਮਤੇ ਸਨ ਜਿਹੜੇ ਇਹ ਉਹਦੇ ਵਿੱਚ ਸਾਰੇ ਵਿਚਾਰ ਤੋਂ ਬਾਅਦ ਸਰਬਸੰਮਤੀ ਨਾਲ ਪਾਸ ਕੀਤੇ ਗਏ।
ਜੀ ਕੌਰ ਸਾਹਿਬ, ਇੱਕ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਨੇ ਜਿਨ੍ਹਾਂ ਨਾਲ ਮੇਰੀ ਫੋਨ ਤੇ ਗੱਲਬਾਤ ਹੋਈ ਸੀ, ਤਾਂ ਉਹਨਾਂ ਨੇ ਇਲਜ਼ਾਮ ਲਾਇਆ ਕਿ ਪੰਥਕ ਅਸੈਂਬਲੀ ਸਿਰਫ ਤੇ ਸਿਰਫ ਬਾਦਲਾਂ ਤੇ ਨਿਸ਼ਾਨਾ ਸਾਧਨ ਲਈ ਬੁਲਾਈ ਗਈ ਸੀ। ਕਿੰਨਾ ਕੁ ਸੱਚ ਹੈ ਇਸ ਗੱਲ ਦੇ ਵਿੱਚ? ਨਹੀਂ, ਅਸੀਂ ਬਾਦਲਾਂ ਦੇ ਨਾਲ ਮੌਜੂਦਾ ਸਰਕਾਰ ਦਾ ਵੀ ਉਹਨੂੰ ਕਿਸੇ ਉਹਨੂੰ ਦੋਸ਼ ਮੁਕਤ ਨਹੀਂ ਕਰਨ ਦਿੱਤਾ ਅਸੀਂ ਕਿਤੇ ਵੀ। ਸਾਡੇ ਲਈ ਜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਅਪਮਾਨ ਕਰਨ ਵਾਲਾ ਹਰ ਵਿਅਕਤੀ ਦੋਸ਼ੀ ਹੈ, ਹਰ ਕਰਾਉਣ ਵਾਲਾ ਦੋਸ਼ੀ ਹੈ, ਕਿਉਂਕਿ ਉੱਥੇ ਕਿਸੇ ਇੱਕ ਪਾਰਟੀ ਦੇ ਨੁਮਾਇੰਦੇ ਨਹੀਂ ਸੀ ਬੈਠੇ। ਅਸੀਂ ਜੀ 117 ਸੱਜਣਾਂ ਨੂੰ ਚੁਣ ਕੇ ਸਮਾਜ ਦੇ ਵੱਖ-ਵੱਖ ਵਰਗਾਂ ਵਿੱਚੋਂ ਔਰ ਸਮਾਜ ਦੀਆਂ ਵੱਖ-ਵੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਦੇ ਤੌਰ ਤੇ ਬੁਲਾਇਆ ਸੀ। ਉਹ ਕਿਸੇ ਇੱਕ ਪਾਰਟੀ ਦੇ ਨੁਮਾਇੰਦੇ ਨਹੀਂ ਸਨ ਔਰ ਉਹਨਾਂ ਦੀ ਕੰਸੈਂਸਸ ਬਣਾ ਕੇ ਹੀ ਮਤੇ ਕੀਤੇ ਗਏ। ਜੇ ਅਸੀਂ ਉਹਨਾਂ ਦੀ ਗੱਲ ਕਰਦੇ ਹਾਂ ਤਾਂ ਇਹਨਾਂ ਨੇ ਕੀ ਕੀਤਾ, ਅਸੀਂ ਸਾਰਾ ਕੁਝ ਵਿੱਚ ਲਿਆਂਦਾ। ਚੰਦੋ ਕਲਾਂ ਤੋਂ ਲੈ ਕੇ ਹੁਣ ਤੱਕ ਬੇਅਦਬੀਆਂ ਦਾ ਸਾਰਾ ਜ਼ਿਕਰ ਕੀਤਾ। ਚੰਦੋ ਕਲਾਂ ਵੇਲੇ ਕਿਹਦੀ ਸਰਕਾਰ ਸੀ, ਤੇ ਜਦੋਂ ਭਾਈ ਜਸਪਾਲ ਸਿੰਘ ਚੌੜ ਸਿੱਧਵਾਂ ਸ਼ਹੀਦ ਹੋਏ ਉਸ ਵੇਲੇ ਕਿਹਦੀ ਸਰਕਾਰ ਸੀ, ਭਾਈ ਦਰਸ਼ਨ ਸਿੰਘ ਲੋਹਾਰਾ ਸ਼ਹੀਦ ਹੋਏ ਉਸ ਵੇਲੇ ਕਿਹਦੀ ਸਰਕਾਰ ਸੀ, ਜਦੋਂ ਨਕੋਦਰ ਬੇਅਦਬੀ ਕਾਂਡ ਵਿੱਚ 4 ਸਿੰਘਾਂ ਨੂੰ ਮੂੰਹ ਵਿੱਚ ਗੋਲੀਆਂ ਮਾਰ ਕੇ ਮਾਰਿਆ ਗਿਆ ਉਸ ਵੇਲੇ ਕਿਹਦੀ ਸਰਕਾਰ ਸੀ, ਤੇ ਹੁਣ ਕਿਹਦੀ ਸਰਕਾਰ ਹੈ। ਜਦੋਂ ਬਹਿਬਲ ਬੁਰਜ ਤੇ ਜਬਾਰ ਉੱਥੇ ਬਰਗਾੜੀ ਵਿੱਚ ਬੇਅਦਬੀ ਹੋਈ ਉਸ ਵੇਲੇ ਕਿਹਦੀ ਸਰਕਾਰ ਸੀ, ਹੁਣ ਕਿਹਦੀ ਸਰਕਾਰ ਹੈ। ਇਹ ਸਭ ਕੁਝ ਉਹਦੇ ਵਿੱਚ ਆਇਆ ਕਿ ਹੁਣ ਵਾਲੀ ਸਰਕਾਰ ਨੇ ਪਿਛਲੀ ਵਾਰੀ ਸਰਕਾਰ ਤੋਂ ਵੀ ਵੱਡਾ ਗੁਨਾਹ ਕੀਤਾ ਕੈਪਟਨ ਦੀ ਸਰਕਾਰ ਨੇ। ਇਹਨਾਂ ਨੇ ਦੋਸ਼ੀ ਤੇ ਨਾਮਜ਼ਦ ਕਰ ਦਿੱਤੇ ਰੌਲਾ ਪਾ ਕੇ ਉੱਥੇ ਅਸੈਂਬਲੀ ਦੇ ਵਿੱਚ। ਰਿਪੋਰਟ ਵੀ ਪ੍ਰਵਾਨ ਕਰ ਲਈ ਜਸਟਿਸ ਰਣਜੀਤ ਸਿੰਘ ਦੀ, ਪਰ ਕਾਰਵਾਈ ਕੋਈ ਨਹੀਂ ਕੀਤੀ। ਜਿਹੜੇ 3 ਦੋਸ਼ੀ ਨਾਮਜ਼ਦ ਕੀਤੇ ਗਏ ਸਿੱਟ ਵੱਲੋਂ, ਪੰਜਾਬ ਪੁਲਿਸ ਦੀ ਸਿੱਟ ਵੱਲੋਂ, ਉਹ ਤਿੰਨਾਂ ਦੀ CBI ਕੇਂਦਰ ਵੀ ਰਲਿਆ ਹੋਇਆ, ਪੰਜਾਬ ਵੀ ਰਲਿਆ ਹੋਇਆ। ਉਹ ਕੇਂਦਰ ਵੱਲੋਂ 60 ਦਿਨਾਂ ਦੇ ਵਿੱਚ ਚਲਾਨ ਪੇਸ਼ ਕੀਤਾ ਜਾਣਾ ਹੁੰਦਾ, ਉਹਨਾਂ ਨੇ ਚਲਾਨ ਨਹੀਂ ਪੇਸ਼ ਕੀਤਾ, ਉਹ ਤਿੰਨਾਂ ਦੀ ਜ਼ਮਾਨਤ ਹੋ ਗਈ। ਜਿਹੜੇ 3 ਪੁਲਿਸ ਵਾਲੇ ਇਸ ਸਰਕਾਰ ਦੇ ਕਮਿਸ਼ਨ ਨੇ ਦੋਸ਼ੀ ਮੰਨੇ, ਉਹ ਹਾਈ ਕੋਰਟ ਸਰਕਾਰ ਦਾ, ਕੈਪਟਨ ਅਮਰਿੰਦਰ ਸਿੰਘ ਸਰਕਾਰ ਦਾ ਕੋਈ ਵਕੀਲ ਵੀ ਪੇਸ਼ ਨਹੀਂ ਹੋਇਆ। ਤੇ ਫਿਰ ਜਿਸ DGP ਦੇ ਉੱਤੇ, ਮੌਕੇ ਦੇ DGP ਦੇ ਉੱਤੇ ਉਂਗਲ ਉੱਠਦੀ ਸੀ, ਉਹ ਵੀ ਕੋਰਟ ਤੋਂ ਰਿਲੀਫ ਲੈ ਗਿਆ। ਤੇ ਹੁਣ ਫਿਰ ਆ ਚਲੇ ਗਏ ਅਦਾਲਤ ਦੇ ਵਿੱਚ, ਜਿਹੜੇ ਉਹ ਪੁਲਿਸ ਵਾਲੇ ਆ ਵੀ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਸਟੇ ਕੀਤੀ ਜਾਵੇ। ਅਸੀਂ ਇਹਨਾਂ ਨੂੰ ਵੀ ਪੁੱਛਿਆ ਵੀ ਤੁਹਾਡੇ ਫੌਜ ਹੈ ਐਡੀ ਵੱਡੀ ਐਡਵੋਕੇਟ ਜਨਰਲਾਂ ਦੀ, ਕੀ ਕਰਦੇ ਰਹੇ ਉੱਥੇ ਬੈਠੇ, ਕਿਉਂ ਨਹੀਂ ਪੇਸ਼ ਹੁੰਦੇ ਇਹਨਾਂ ਕੇਸਾਂ ਦੇ ਵਿੱਚ। ਇਹ ਸਭ ਰਲੇ ਹੋਏ ਆ। ਬੇਸ਼ੱਕ ਮੌਜੂਦਾ ਸਰਕਾਰ ਹੈ, ਬੇਸ਼ੱਕ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲਾ ਪੰਥ ਦਾ ਕੋਈ ਕੁਝ ਵੀ ਨਹੀਂ ਲੱਗਦਾ, ਚਾਹੇ ਜਿਹੜੀ ਮਰਜ਼ੀ ਸਰਕਾਰ ਹੋ। ਇਹ ਜਿਹੜੇ ਲੋਕ ਕਿੰਤੂ ਪਰੰਤੂ ਕਰਦੇ ਨੇ ਨਾ, ਇਹਨਾਂ ਨੇ ਇਹ ਵੀ ਕਿਹਾ ਸੀ ਵੀ ਪੰਥਕ ਅਸੈਂਬਲੀ ਨਾਂ ਦੀ ਕੋਈ ਨਵੀਂ ਜਥੇਬੰਦੀ ਬਣ ਜਾ ਰਹੀ। ਜਥੇਬੰਦੀਆਂ ਏਦਾਂ ਬਣਦੀਆਂ ਹੁੰਦੀਆਂ ਨੇ, ਪੰਥ ਦੇ 80-85 ਜਥੇਬੰਦੀਆਂ ਦੇ ਨੁਮਾਇੰਦੇ ਬੈਠੇ ਹੋਣ ਤੇ ਉਹ ਬਿਨਾਂ ਕਿਸੇ ਇੱਕ ਸੁਰਤਾ ਤੋਂ ਇਹ ਕਹਿ ਦੇਣ ਵੀ ਅਸੀਂ ਜੀ ਆਪਣੀਆਂ ਜਥੇਬੰਦੀਆਂ ਭੰਗ ਕਰਕੇ ਅਕਾਲੀ ਦਲ ਬਣਾਉਣ ਲੱਗੇ ਸੀ। ਅਸੀਂ ਇਹਨਾਂ ਲੋਕਾਂ ਨੇ ਹਰ ਵਾਰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਬਚਾਉਣ ਦੇ ਲਈ ਘੁੰਮਤਰਾਂ ਘੜੀਆਂ ਨੇ। ਤੇ ਇਹਨਾਂ ਨੂੰ ਇਹ ਪੁੱਛਣਾ ਚਾਹੀਦਾ, ਜਿਹੜੇ ਕਿੰਤੂ ਪਰੰਤੂ ਕਰਦੇ ਆ, ਵੀ ਜਿਹੜੇ ਬਰਗਾੜੀ ਇਨਸਾਫ ਮੋਰਚੇ 'ਚ ਬੈਠੇ ਆ, ਉਹ ਤੇ ਹੋ ਗਏ ਦੇਸ਼ ਤੋੜਨ ਵਾਲੇ, ਅੱਤਵਾਦੀ, ਵੱਖਵਾਦੀ, ਜਿਨ੍ਹਾਂ ਬਾਰੇ ਤੁਸੀਂ ਕਹਿ ਰਹੇ ਹੋ, ਤੇ ਤੁਸੀਂ ਦੇਸ਼ ਭਗਤ ਹੋ। ਤੁਸੀਂ ਕਦੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਬੈਠਿਆਂ ਨੂੰ ਵਿਹਲੜ ਕਹਿੰਦੇ ਹੋ, ਕਦੀ ਅੱਤਵਾਦੀ ਕਹਿੰਦੇ ਹੋ, ਕਦੀ ਵੱਖਵਾਦੀ ਕਹਿੰਦੇ ਹੋ। ਔਰ ਇਹਨਾਂ ਲੋਕਾਂ ਨੇ ਤਾਂ ਸਰਦਾਰ ਸੁਖਬੀਰ ਸਿੰਘ ਅਕਾਲੀ ਦਲ ਦੇ ਪ੍ਰਧਾਨ, ਇੱਕ ਵਾਰੀ ਨਹੀਂ 2 ਵਾਰੀ ਉਹਨਾਂ ਨੇ ਵੱਡੀਆਂ ਸਟੇਜਾਂ ਲਾ ਕੇ, ਬਰਗਾੜੀ ਦੇ ਬਰਾਬਰ ਸਟੇਜ ਲਾ ਕੇ ਬਰਗਾੜੀ ਮੋਰਚੇ ਦੇ ਫਰੀਦਕੋਟ ਵਿੱਚ ਕਿਹਾ, ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੇ ਕਿਰਦਾਰ ਦੇ ਉੱਤੇ ਉਂਗਲੀ ਚੁੱਕੀ ਕਿ ਇਹ ਉਹ ਲੋਕ ਨੇ ਜਿਨ੍ਹਾਂ ਨੂੰ ਗਿਆਨੀ ਜੈਲ ਸਿੰਘ ਨੇ ਤਾਕਤ ਦਿੱਤੀ ਔਰ ਇਹਨਾਂ ਨੇ ਪੰਜਾਬ 'ਚ ਖੂਨ ਦੀ ਹੋਲੀ ਖੇਡੀ। ਇਹ ਅੱਤਵਾਦੀ ਨੇ, ਵੱਖਵਾਦੀ ਨੇ, ਇਹ ਮੁਲਕ ਤੋੜਨ ਵਾਲੇ ਨੇ। ਫਿਰ ਉਹਨੇ ਛਪਾਰ ਦੇ ਮੇਲੇ ਤੇ ਬੋਲਿਆ, ਫਿਰ ਉਹਦੇ ਪਿਤਾ ਜੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਪਟਿਆਲੇ ਦੀ ਰੈਲੀ ਵਿੱਚ ਬੋਲੇ। ਇਹ ਤਾਂ ਹਰ ਵਕਤ ਪੰਥ ਦਾ ਮੂੰਹ ਚੜਾ ਰਹੇ ਨੇ। ਜੇ ਅਕਾਲੀਆਂ ਦਾ ਪ੍ਰਧਾਨ, ਅਕਾਲੀ ਦਲ ਦਾ ਪ੍ਰਧਾਨ, ਬਾਦਲ ਦਲ ਦਾ ਪ੍ਰਧਾਨ ਸਿੱਖਾਂ ਨੂੰ ਅੱਤਵਾਦੀ, ਵੱਖਵਾਦੀ ਤੇ ਮੁਲਕ ਤੋੜਨ ਵਾਲੇ ਕਹੇਗਾ, ਤੇ ਫਿਰ ਸ਼ਿਵ ਸੈਨਾ ਵਾਲੇ ਸਾਨੂੰ ਕੀ ਕਹਿਣਗੇ? ਸਿੱਖ ਵਿਰੋਧੀ ਤਾਕਤਾਂ ਦੇ ਮੁਖੀ ਸਾਨੂੰ ਕੀ ਕਹਿਣਗੇ? ਅਜਿਹੇ ਹਾਲਾਤ ਤਾਂ ਜਦੋਂ ਖਾੜਕੂਵਾਦ ਸੀ, ਕਿਸੇ ਵੀ ਅਕਾਲੀ ਦੇ ਮੂੰਹ ਚੋਂ ਨਹੀਂ ਨਿਕਲਿਆ ਵੀ ਇਹ ਮੁਲਕ ਤੋੜਨ ਵਾਲੇ ਲੋਕ ਨੇ। ਇਹਨਾਂ ਦੇ ਪਿਤਾ ਜੀ ਕਹਿੰਦੇ ਰਹੇ ਵੀ ਤੁਸੀਂ ਬੈਰਕਾਂ ਛੱਡ ਕੇ ਆ ਜਾਓ, ਨੌਕਰੀਆਂ ਛੱਡ ਕੇ ਆਓ, ਤੇ ਅਸੀਂ ਪੰਥ ਦੀ ਵਿਗੜੀ ਸਵਾਰਨੀ। ਇਹ ਸਾਨੂੰ ਮੁਲਕ ਤੋੜਨ ਵਾਲੇ ਦੱਸ ਰਹੇ।
ਇਹ ਜੀ ਬਿਲਕੁਲ ਬਹੁਤ ਸਭ ਤੋਂ ਹਾਲਾਤ ਅਹਿਮ ਗੱਲ ਖਰਾਬ ਨੇ। ਇਸ ਸਭ ਦੇ ਦਰਮਿਆਨ ਪੰਥਕ ਅਸੈਂਬਲੀ ਨੂੰ ਲੈ ਕੇ ਇਹੀ ਹੈ ਕਿ ਪੰਥਕ ਅਸੈਂਬਲੀ ਦੇ ਵਿੱਚ ਜਿਹੜੇ ਮਤੇ ਪ੍ਰਵਾਨ ਕੀਤੇ ਗਏ ਨੇ ਉਹਨਾਂ ਤੇ ਅਮਲ ਕਿਵੇਂ ਹੋਵੇਗਾ, ਉਹਨਾਂ ਨੂੰ ਕੌਣ ਪ੍ਰਵਾਨ ਕਰੇਗਾ ਪੂਰੇ ਪੰਥ ਦੇ ਵਿੱਚ, ਔਰ ਸਰਕਾਰ ਦਾ ਇੱਥੇ ਕੀ ਅਸਰ ਹੋਊਗਾ। ਕੀ ਇਹ ਹਵਾ 'ਚ ਚਲਾਇਆ ਤੀਰ ਤਾਂ ਨਹੀਂ, ਜਿਵੇਂ ਕਿ ਕਾਫੀ ਲੋਕ ਇਸ ਬਾਰੇ ਚਰਚਾ ਕਰ ਰਹੇ ਨੇ ਪੰਥਕ ਅਸੈਂਬਲੀ ਬੈਠਣ ਤੋਂ ਬਾਅਦ। ਦੇਖੋ ਬੀਬਾ, ਇਸ ਤਰ੍ਹਾਂ ਹੁੰਦਾ ਹੈ, ਇਹਨਾਂ ਲੋਕਾਂ ਨੇ ਪਹਿਲਾਂ ਕਦੀ ਜੋਰਾ ਸਿੰਘ ਕਮਿਸ਼ਨ ਬਣਾ ਕੇ ਕੌਮ ਦਾ ਪਖੰਡ ਕੀਤਾ, ਕਦੀ ਰਣਜੀਤ ਸਿੰਘ ਕਮਿਸ਼ਨ ਬਣਾ ਕੇ ਪਖੰਡ ਕੀਤਾ, ਤੇ ਜਿਹੜੇ ਜ਼ਿਕਰ ਮੈਂ ਕਰਕੇ ਹਟਿਆ ਨਾ, ਜਿਹੜਾ ਨਕੋਦਰ ਗੋਲੀ ਕਾਂਡ ਦਾ ਜ਼ਿਕਰ, ਨਕੋਦਰ ਵਿੱਚ 4 ਨੌਜਵਾਨ ਜਿਹੜੇ ਸ਼ਹੀਦ ਕੀਤੇ ਸਨ ਸਤਿਗੁਰੂ ਸਾਹਿਬ ਜੀ ਦੀ ਬੇਅਦਬੀ ਦੇ ਰੋਸ ਵਿੱਚ, ਮੂੰਹ 'ਚ ਗੋਲੀਆਂ ਮਾਰੀਆਂ ਸਨ ਉਹਨਾਂ ਦੇ। ਅੱਜ ਤੱਕ ਉਹਦੀ ਰਿਪੋਰਟ ਜਨਤਕ ਨਹੀਂ ਹੋਈ, ਜਸਟਿਸ ਗੁਰਨਾਮ ਸਿੰਘ ਦੀ ਰਿਪੋਰਟ। ਅਸੀਂ ਉਹਦੀ ਵੀ ਮੰਗ ਕੀਤੀ ਹੈ ਵੀ ਰਿਪੋਰਟ ਜਨਤਕ ਕਰੋ, ਲੋਕਾਂ ਨੂੰ ਪਤਾ ਲੱਗੇ ਕੀ ਹੋਇਆ ਸੀ। ਇਹ ਕਦੀ ਆਸ਼ੂਤੋਸ਼ ਨਾਲ ਰਲ ਜਾਂਦੇ ਆ, ਕਦੀ ਭਨਿਆਰੇ ਵਾਲੇ ਨਾਲ ਰਲ ਜਾਂਦੇ ਆ, ਕਦੀ ਸੌਦੇ ਵਾਲੇ ਨਾਲ ਰਲ ਜਾਂਦੇ ਆ। ਪੰਥ ਦਾ ਇਹ ਸਵਾਰਕੀ ਰਹੇ। ਇਹ ਜਿਹੜੀ ਗੱਲ ਤੁਸੀਂ ਕਹਿੰਦੇ ਹੋ ਵੀ ਇਹਨੇ ਮਤੇ ਕੀਤੇ ਆ, ਲਾਗੂ ਕੌਣ ਕਰਾਊਗਾ? ਜਸਟਿਸ ਕਾਟਜੂ ਕਮਿਸ਼ਨ ਪੀਪਲਸ ਕਮਿਸ਼ਨ ਸੀ। ਜਦੋਂ ਸਰਕਾਰਾਂ ਇਨਸਾਫ ਨਾ ਦੇਣ ਤਾਂ ਫਿਰ ਲੋਕ ਆਪਣੇ ਕਮਿਸ਼ਨ ਬਣਾ ਕੇ ਸੱਚ ਨੂੰ ਬਾਹਰ ਲਿਆਉਂਦੇ। ਅਸੀਂ ਕੌਮ ਦੀਆਂ ਸਾਰੀਆਂ ਸੁਹਿਰਦ ਧਿਰਾਂ ਨੂੰ ਇਕੱਠੇ ਬਿਠਾਲ ਕੇ ਇਸ ਪਹਿਲੂ ਦੇ ਵੱਖ-ਵੱਖ ਜਿਹੜੇ ਐਂਗਲਸ ਨੇ ਉਹਨਾਂ ਦੇ ਉੱਤੇ ਉਹਨਾਂ ਦੀ ਰਾਏ ਜਾਣ ਕੇ ਇੱਕ ਡਾਕੂਮੈਂਟ ਤਿਆਰ ਕੀਤਾ ਹੈ। ਉਹਨੂੰ ਅਸੀਂ ਵਾਈਟ ਪੇਪਰ ਦਾ ਨਾਂ ਦਿਆਂਗੇ, ਉਹਦੇ ਕਿਤਾਬਚੇ ਬਣਾਵਾਂਗੇ, ਪਿੰਡ-ਪਿੰਡ ਵਿੱਚ ਭੇਜਾਂਗੇ, ਦੇਸ਼ਾਂ ਵਿਦੇਸ਼ਾਂ ਵਿੱਚ ਵੰਡਾਂਗੇ, ਉਹਨੂੰ ਆਨਲਾਈਨ ਕਰਾਂਗੇ ਤਾਂ ਕਿ ਕੌਮ ਕੀ ਸਮਝਦੀ ਹੈ ਇਹ ਸਾਰੇ ਘਟਨਾਕ੍ਰਮ ਨੂੰ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਪਤਾ ਲੱਗ ਸਕੇ। ਇਹਨਾਂ ਨੇ ਤਾਂ ਕੋਈ ਜਨਤਕ ਕੀਤਾ ਹੀ ਨਹੀਂ, ਕੋਈ ਰਿਪੋਰਟ ਨਹੀਂ ਜਨਤਕ ਕੀਤੀ ਅਜੇ ਤੱਕ। ਨਾ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਜਨਤਕ ਕੀਤੀ ਹੈ, ਪ੍ਰੈਸ ਕਾਨਫਰੰਸਾਂ ਕਰਦੇ ਰਹੇ, ਨਾ ਜੋਰਾ ਸਿੰਘ ਦੀ ਰਿਪੋਰਟ ਜਨਤਕ ਕੀਤੀ ਹੈ, ਤੇ ਨਾ ਜਸਟਿਸ ਗੁਰਨਾਮ ਸਿੰਘ ਦੀ ਰਿਪੋਰਟ ਜਨਤਕ ਕੀਤੀ ਹੈ। ਇਹ ਤਾਂ ਸੱਚ ਲੁਕੋ ਕੇ ਰੱਖਣਾ ਚਾਹੁੰਦੇ ਆ। ਅਸੀਂ ਕੌਮ ਦੇ ਸਾਹਮਣੇ ਸੱਚ ਰੱਖਣਾ ਚਾਹੁੰਦੇ ਸੀ। ਜਿਹੜੀਆਂ ਇਨਸਾਫ ਮੰਗਦੀਆਂ ਧਿਰਾਂ ਉਹਨਾਂ ਦੇ ਰਾਹੀਂ ਇਹ ਇੱਕ ਡਾਕੂਮੈਂਟ ਦਾ ਰੂਪ ਦਿਆਂਗੇ ਜਿਹੜਾ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਇੱਕ ਇਤਿਹਾਸਕ ਸੱਚ ਹੋ ਨਿਬੜੇਗਾ ਵੀ ਇਸ ਇਸ਼ੂ ਦੇ ਉੱਤੇ ਫਲਾਣੇ ਬੰਦੇ ਦੇ ਕੀ ਵਿਚਾਰ ਸੀ, ਫਲਾਣੇ ਬੰਦੇ ਦੇ ਕੀ ਵਿਚਾਰ ਸੀ, ਸਰਕਾਰਾਂ ਦਾ ਕੀ ਰੋਲ ਸੀ, ਸ਼੍ਰੋਮਣੀ ਕਮੇਟੀ ਦਾ ਕੀ ਰੋਲ ਸੀ, ਅਕਾਲੀ ਦਲਾਂ ਦਾ ਕੀ ਰੋਲ ਸੀ, ਅਕਾਲ ਤਖਤ ਦਾ ਕੀ ਰੋਲ ਸੀ, ਪੁਲਿਸ ਐਡਮਿਨਿਸਟ੍ਰੇਸ਼ਨ ਦਾ ਕੀ ਰੋਲ ਸੀ, ਸਿਵਲ ਐਡਮਿਨਿਸਟ੍ਰੇਸ਼ਨ ਦਾ ਕੀ ਰੋਲ ਸੀ। ਇਹ ਸਭ ਕੁਝ ਨੰਗਾ ਕਰਕੇ ਰੱਖ। ਜੀ ਬਿਲਕੁਲ। ਸੋ ਵਾਈਟ ਪੇਪਰ ਇੱਕ ਜਾਰੀ ਕੀਤਾ ਜਾਵੇਗਾ ਜਿਸ ਨੂੰ ਇੱਕ ਡਾਕੂਮੈਂਟ ਦਾ ਨਾਮ, ਡਾਕੂਮੈਂਟ ਦਾ ਰੂਪ ਦਿੱਤਾ ਜਾਵੇਗਾ। ਸੋ ਇਹ ਬਹੁਤ ਵਧੀਆ ਅਸੀਂ ਕਹਿ ਸਕਦੇ ਹਾਂ, ਬਹੁਤ ਵਧੀਆ ਅਮਲ ਕਹਿ ਸਕਦੇ ਹਾਂ ਇਸ ਪੰਥਕ ਅਸੈਂਬਲੀ ਨੂੰ ਲੈ ਕੇ। ਸੋ ਭੌਰ ਸਾਹਿਬ, ਇੱਕ ਹੋਰ ਅਹਿਮ ਸਵਾਲ ਮੈਂ ਜਾਣਨਾ ਚਾਹਾਂਗੀ ਕਿ ਜਦੋਂ ਪੰਥਕ ਅਸੈਂਬਲੀ ਦੀ ਜਿਹੜਾ ਵਿਧੀ ਵਿਧਾਨ ਹੈ ਉਹ ਤਿਆਰ ਕੀਤਾ ਹੈ, ਸਭ ਤੋਂ ਪਹਿਲਾਂ ਇਹ ਦੱਸੋ ਕਿ ਕਿਸ ਨੇ ਵਿਧੀ ਵਿਧਾਨ ਤਿਆਰ ਕੀਤਾ, ਕਿਸ ਦਾ ਇਹ ਵਿਚਾਰ ਸੀਗਾ, ਇਹ ਆਖਿਰ ਇਸ ਪੂਰੇ ਪਲਾਨ ਦੇ ਪਿੱਛੇ ਜਾਂ ਪੂਰੀ ਨਿਵੇਕਲੀ ਪਹਿਲ ਹੈ ਉਹਦੇ ਪਿੱਛੇ ਦਿਮਾਗ ਕਿਸ ਦਾ ਸੀ? ਦੇਖੋ, ਅਸੀਂ 6 ਬੰਦੇ ਬੈਠੇ ਸੀ। ਇਹਨਾਂ ਨੇ ਇਹ ਸੋਚੀ, ਪਹਿਲਾਂ ਸਾਡਾ ਮਨ ਸੀ ਵੀ ਅਸੀਂ ਇਹਨਾਂ ਪਰਿਵਾਰਾਂ ਦੇ ਉੱਤੇ ਜਿਨ੍ਹਾਂ ਨੇ ਬੇਅਦਬੀ ਕੀਤੀ ਹੈ, ਕਰਾਈ ਹੈ ਜਾਂ ਬਚਾਉਣ ਵਾਲੇ ਨੇ, ਉਹਨਾਂ ਦੇ ਉੱਤੇ ਪੰਥਕ ਮੁਕੱਦਮਾ ਚਲਾਈਏ, ਕਚਹਿਰੀ ਬਣਾ ਜੀ। ਪਰੰਤੂ ਫਿਰ ਬਾਅਦ ਵਿੱਚ ਸਾਡਾ ਮਨ ਬਣਿਆ ਵੀ ਇੱਦਾਂ ਇਸ ਤੋਂ ਜ਼ਿਆਦਾ ਬਿਹਤਰ ਇਹ ਹੋਏਗਾ ਕਿ ਅਸੀਂ ਪੰਥਕ ਅਸੈਂਬਲੀ ਕਾਲ ਕਰੀਏ। ਜਿਵੇਂ ਅਮਰਿੰਦਰ ਸਿੰਘ ਨੇ 117 ਮੈਂਬਰ ਸੱਦੇ, ਪਰ ਉਹਦੀ ਗੰਭੀਰਤਾ ਬਹੁਤੀ ਨਾ ਬਣ ਸਕੀ ਕਿਉਂਕਿ ਕੁਝ ਲੋਕ ਤਾਂ ਬਾਹਰ ਹੀ ਰਿਪੋਰਟਾਂ ਵੇਚਣ ਲੱਗ ਪਏ, ਬਾਹਰ ਆ ਕੇ ਮਜ਼ਾਕ ਬਣਾ ਦਿੱਤਾ ਏਡੇ ਵੱਡੇ ਗੰਭੀਰ ਵਿਸ਼ੇ ਨੂੰ ਵੀ, ਤੇ ਅੰਦਰ ਵਾਲਿਆਂ ਨੇ ਵੀ ਭਾਸ਼ਣ ਦਿੱਤੇ, ਨਿਕਲਿਆ ਕੁਛ ਨਹੀਂ। ਅਸੀਂ ਇਹ ਸੱਚ ਨੂੰ ਬਾਹਰ ਕੱਢਣਾ ਚਾਹੁੰਦੇ ਸੀ। ਤੇ ਉਹ 6 ਬੰਦੇ ਜਿਹੜੇ ਸਨ ਉਹਦੇ ਵਿੱਚ ਦਾਸ ਸੀ, ਗਿਆਨੀ ਕੇਵਲ ਸਿੰਘ ਜੀ ਸਨ, ਅਕਾਲ ਪੁਰਖ ਦੀ ਫੌਜ ਦੇ ਮੁਖੀ ਭਾਈ ਜਸਵਿੰਦਰ ਸਿੰਘ ਐਡਵੋਕੇਟ ਸਨ, ਭਾਈ ਕੰਵਰਪਾਲ ਸਿੰਘ ਜਿਹੜੇ ਦਲ ਖਾਲਸਾ ਨਾਲ ਸੰਬੰਧਿਤ ਨੇ ਉਹ ਸਨ, ਸਰਦਾਰ ਨਵਕਿਰਨ ਸਿੰਘ ਐਡਵੋਕੇਟ ਸਨ, ਪ੍ਰੋਫੈਸਰ ਜਗਮੋਹਨ ਸਿੰਘ ਸਨ। ਜਿਹੜੇ ਅਸੀਂ 6 ਬੰਦੇ ਬੈਠੇ ਸੀ, ਬੈਠ ਕੇ ਵਿਚਾਰ ਕੀਤੀ ਅਸੀਂ, ਤੇ ਫਿਰ ਮਨ ਇਹ ਬਣਿਆ ਕਿ ਇਹ ਕਰੀਏ ਔਰ ਕੱਲੀ ਜਥੇਬੰਦੀ ਨੂੰ ਖੁਦ ਜਾ ਕੇ ਮਿਲੀਏ, ਖੁਦ ਜਾ ਕੇ ਉਹਨਾਂ ਨੂੰ ਪ੍ਰੇਰਿਤ ਕਰੀਏ। ਔਰ ਪੰਜਾਬ ਵਿੱਚ ਹੀ ਨਹੀਂ, ਪੰਜਾਬ ਤੋਂ ਬਾਹਰ ਵੱਸਦੇ ਉੱਤਰਾਖੰਡ, ਫਿਰ ਉੜੀਸਾ, ਮਹਾਰਾਸ਼ਟਰ, ਰਾਜਸਥਾਨ, ਯੂਪੀ, ਜੰਮੂ ਕਸ਼ਮੀਰ, ਸਾਰੇ ਸੂਬਿਆਂ ਚੋਂ ਨੁਮਾਇੰਦੇ ਜਿਹੜੇ ਪੰਥ ਲਈ ਕੰਮ ਕਰਦੇ ਉਹਨਾਂ ਨੂੰ ਬੁਲਾਇਆ ਗਿਆ। ਵਿਦੇਸ਼ਾਂ ਵਿੱਚੋਂ, ਇੰਗਲੈਂਡ ਤੋਂ, ਕੈਨੇਡਾ ਤੋਂ, ਅਮਰੀਕਾ ਤੋਂ, ਆਸਟ੍ਰੇਲੀਆ ਤੋਂ, ਮਲੇਸ਼ੀਆ ਤੋਂ, ਸਿੰਗਾਪੁਰ ਤੋਂ, ਦੁਬਈ ਤੋਂ ਜਿਹੜੇ ਸਿੰਘ ਕੰਮ ਕਰਦੇ ਉਹਨਾਂ ਨੂੰ ਸਾਰਿਆਂ ਨੂੰ ਬੁਲਾ ਕੇ ਅਸੀਂ ਪੰਥ ਕੀ ਸੋਚਦਾ ਇਸ ਇਸ਼ੂ ਦੇ ਉੱਤੇ, ਪੰਥ ਕੀ ਕਰਨਾ ਚਾਹੁੰਦਾ ਹੈ, ਪੰਥ ਨਾਲ ਕਿਹੜੇ ਕਿਹੜੇ ਧੱਕੇ ਹੋਏ, ਉਹ ਸਭ ਕੁਝ ਉਜਾਗਰ ਕਰਨਾ ਚਾਹੁੰਦੇ ਸੀ। ਔਰ ਸਤਿਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਹੈ, ਇਹ ਯਤਨ ਸਫਲ ਹੋਇਆ। ਅਸੀਂ ਸਾਰੇ ਪੰਥ ਨੂੰ ਇਹ ਸੁਨੇਹਾ ਦੇਣਾ ਚਾਹੁੰਦੇ ਸੀ
ਵੀ ਸਾਡੇ ਤੇ ਜਦੋਂ ਭੀੜ ਬਣਦੀ ਹੈ ਕੀ ਅਸੀਂ ਇਕੱਠੇ ਬੈਠ ਕੇ ਵਿਚਾਰ ਨਹੀਂ ਕਰ ਸਕਦੇ? ਕੀ ਅਸੀਂ ਇਕੱਲੇ ਇਕੱਲੇ ਰਹਿ ਕੇ ਇੱਕ ਦੂਜੇ ਦੀਆਂ ਲੱਤਾਂ ਖਿੱਚਣ ਤੱਕ ਹੀ ਸੀਮਤ ਹੈ? ਆਓ ਇਕੱਠੇ ਬੈਠ ਕੇ ਵਿਚਾਰ ਕਰੀਏ, ਸਿਰ ਜੋੜੀਏ, ਆਪਣੀਆਂ ਜਥੇਬੰਦੀਆਂ ਵੀ ਭੰਗ ਨਾ ਕਰੋ, ਪਰ ਜਦੋਂ ਸਵਾਲ ਸਿੱਖ ਦਾ, ਸਿੱਖੀ ਦਾ, ਗ੍ਰੰਥ ਤੇ ਪੰਥ ਦਾ ਆਉਂਦਾ ਉਸ ਵੇਲੇ ਇਕੱਠੇ ਦਾ ਬੈਠਿਆ ਕਰੀਏ। ਇਹ ਅਸੀਂ ਕੌਨਸੈਪਟ ਦੇਣਾ ਚਾਹੁੰਦੇ ਸੀ, ਜੋ ਮਹਾਰਾਜ ਦੀ ਕਿਰਪਾ ਨਾਲ ਸਫਲ ਹੋਇਆ। ਕਈ ਵੱਡੀਆਂ ਜਥੇਬੰਦੀਆਂ ਜਿਹੜੀਆਂ ਆਪਣੇ ਆਪ ਨੂੰ ਵੱਡੇ ਕਹਾਉਂਦੇ ਨੇ, ਅਸੀਂ ਉਹਨਾਂ ਤੱਕ ਵੀ ਅਪਰੋਚ ਕੀਤੀ, ਪਰ ਉਹ ਨਹੀਂ ਆਏ। ਇਹ ਉਹਨਾਂ ਦੀ ਸੋਚ ਹੈ, ਅਸੀਂ ਉਹਨਾਂ ਨੂੰ ਵੀ ਕੁਛ ਨਹੀਂ ਕਿਹਾ, ਤੇ ਜੋ ਉਹਨਾਂ ਦਾ ਮਨ ਸੀ ਠੀਕ ਹੈ। ਜਿਹੜੇ ਆ ਗਏ ਉਹਨਾਂ ਨੂੰ ਜੀ ਆਇਆਂ ਨੂੰ ਅਸੀਂ ਇੱਕ ਰਸਤਾ ਦਿਖਾਉਣਾ ਚਾਹੁੰਦੇ ਸੀ ਸਤਿਗੁਰੂ ਸਾਹਿਬ ਜੀ ਦੀ ਕਿਰਪਾ ਦੁਆਰਾ, ਤੇ ਉਹ ਰਸਤਾ ਅਸੀਂ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ। ਬਾਕੀ ਵਾਹਿਗੁਰੂ ਜਾਣਦਾ ਹੈ, ਆਉਣ ਵਾਲੇ ਸਮੇਂ ਵਿੱਚ ਅਜਿਹੇ ਮੁੱਦਿਆਂ ਤੇ, ਸੰਵੇਦਨਸ਼ੀਲ ਮੁੱਦਿਆਂ ਤੇ ਪੰਥ ਫੇਰ ਬੈਠ ਸਕਦਾ ਹੈ। ਕਿਸੇ ਹੋਰ ਵਿਸ਼ੇ ਦੇ ਉੱਤੇ ਜਿਵੇਂ ਮਿਸਲਾਂ ਬੈਠਦੀਆਂ ਸਨ, ਇੱਦਾਂ ਸਾਰੀਆਂ ਜਥੇਬੰਦੀਆਂ ਦੇ ਨੁਮਾਇੰਦੇ ਬੈਠ ਕੇ ਕੋਈ ਸਾਂਝੀ ਰਾਏ ਬਣਾ ਕੇ ਸਰਕਾਰਾਂ ਨੂੰ ਮਜਬੂਰ ਕਰ ਸਕਦੇ ਇਨਸਾਫ ਦੇ ਲਈ। ਜੀ ਬਿਲकुल और ਸਾਹਿਬ, ਇਹ ਵੀ ਇੱਕ ਸਵਾਲ ਹੈ ਕਿ ਅਗਲਾ ਇਜਲਾਸ ਜਿਵੇਂ ਤੁਸੀਂ ਕਿਹਾ ਕਿ ਹੋਰ ਕਿਸੇ ਮੁੱਦੇ ਤੇ ਵੀ ਬੈਠ ਸਕਦਾ ਆ, ਤਾਂ ਜਿਸ ਤਰ੍ਹਾਂ ਵਿਧਾਨ ਸਭਾ ਦੀ ਤਰਜ਼ ਤੇ ਇਹ ਪੂਰਾ ਵਿਧੀ ਵਿਧਾਨ ਹੈ ਜਿਹੜਾ ਉਹ ਬਣਾਇਆ ਗਿਆ, ਇਸ ਵਾਰ ਸਾਰੀਆਂ ਜਥੇਬੰਦੀਆਂ ਆਪਾਂ ਕਹਿ ਲਈਏ ਕਿ ਸਹਿਮਤੀ ਦੇ ਨਾਲ ਜੁੜੀਆਂ ਸੀ, ਤਾਂ ਅਗਲੇ ਇਜਲਾਸ ਦੇ ਵਿੱਚ ਕੁਝ ਇਦਾਂ ਦਾ ਹੋ ਸਕਦਾ ਹੈ ਕਿ ਵਿਰੋਧੀ ਧਿਰ ਵੀ ਬੈਠੇ ਪੰਥ ਦੇ ਵਿੱਚੋਂ, ਤਾਂ ਫਿਰ ਜੇ ਇਸ ਤਰ੍ਹਾਂ ਦਾ ਵਿਧੀ ਵਿਧਾਨ ਹੋਵੇਗਾ, ਇਸ ਤਰ੍ਹਾਂ ਦਾ ਮਾਹੌਲ ਹੋਵੇਗਾ ਪੰਥਕ ਅਸੈਂਬਲੀ ਦਾ, ਤਾਂ ਕੀ ਪੰਥ ਨੂੰ ਹੋਰ ਵੰਡਣ ਵਾਲੀ ਗੱਲ ਨਹੀਂ ਹੋਊਗੀ? ਨਹੀਂ, ਦੇਖੋ ਬੀਬਾ, ਸਾਡੀ ਕੋਸ਼ਿਸ਼ ਇਹ ਸੀ ਵੀ ਅਸੀਂ ਇਸ ਸੰਵੇਦਨਸ਼ੀਲ ਮੁੱਦੇ ਦੇ ਉੱਤੇ ਸਿਰਫ 2 ਦਿਨ ਦਾ ਇਜਲਾਸ ਬੁਲਾਉਣ ਵਾਲੇ ਨੂੰ ਖਤਮ ਕਰਕੇ ਬਾਅਦ ਵਿੱਚ ਖਤਮ ਹੋ ਜਾਏ। ਇੱਕ ਰਸਤਾ ਕੌਮ ਦੇ ਸਾਹਮਣੇ ਰੱਖਿਆ ਜਾਵੇ, ਤੇ ਆਉਣ ਵਾਲੇ ਸਮੇਂ ਵਿੱਚ ਜੇ ਕੋਈ ਐਸੀ ਗੰਭੀਰ ਸਮੱਸਿਆ ਖੜੀ ਹੁੰਦੀ ਹੈ, ਉਸ ਵੇਲੇ ਬੁਲਾਉਣ ਵਾਲੇ ਬੇਸ਼ੱਕ ਹੋਰ ਹੋਣ, ਬੋਲਣ ਵਾਲੇ ਹੋਰ ਹੋਣ, ਪਹੁੰਚਣ ਵਾਲੇ ਹੋਰ ਹੋਣ, ਗੱਲਾਂ ਕਰਨ ਵਾਲੇ ਹੋਰ ਹੋਣ, ਸਾਨੂੰ ਇਹਦੇ ਨਾਲ ਕੋਈ ਮਤਲਬ ਨਹੀਂ। ਅਸੀਂ ਕੋਈ ਪੱਕੇ ਇਨਵਾਈਟੀ ਨਹੀਂ, ਜਿਹੜੇ ਆਏ ਉਹ ਪੱਕੇ ਐਸੇ ਬੰਦੇ ਨਹੀਂ ਜਿਹੜੇ ਉੱਥੇ ਹੀ ਉਹਦੇ ਹਿੱਸਾ ਨੇ। ਕੱਲ੍ਹ ਨੂੰ ਬੰਦੇ ਸੱਦਣ ਵਾਲੇ ਵੀ ਬਦਲ ਸਕਦੇ ਆ, ਬੋਲਣ ਵਾਲੇ ਵੀ ਬਦਲ ਸਕਦੇ ਆ। ਪਰ ਸਾਡੀ ਇਹ ਕੋਸ਼ਿਸ਼ ਸੀ ਕਿ ਅਸੀਂ ਸਾਰੇ ਸਿੱਖ ਸਮਾਜ ਨੂੰ ਇਹ ਸੁਨੇਹਾ ਦਈਏ ਕਿ ਆਓ ਸਿਰ ਜੋੜ ਕੇ ਬੈਠੋ। ਲੋਕ ਤੁਹਾਡੇ ਦੁਸ਼ਮਣ ਬਹੁਤ ਗਹਿਰੀਆਂ ਚਾਲਾਂ ਅੰਦਰ ਵੜ ਕੇ ਚੱਲਦੇ ਨੇ, ਉਹ ਜਦੋਂ ਤੁਹਾਨੂੰ ਢਾਉਣਾ ਹੁੰਦਾ ਸਾਰੇ ਇਕੱਠੇ ਹੋ ਜਾਂਦੇ ਨੇ, ਤੇ ਆਪਾਂ ਜਿਹੜੇ ਗੁਰੂ ਕੇ ਕਹਾਉਣ ਵਾਲੇ ਆਪਾਂ ਇਕੱਠੇ ਵੀ ਨਹੀਂ ਬੈਠ ਸਕਦੇ। ਔਰ ਇਹ ਪਹਿਲਾਂ ਬਹੁਤ ਖਦਸ਼ੇ ਫੈਲਾਏ ਗਏ ਜਿਨ੍ਹਾਂ ਬੰਦਿਆਂ ਨੂੰ ਅਸੀਂ ਜ਼ਿਕਰ ਕੀਤਾ। ਇਹਨਾਂ ਨੇ ਕਿਹਾ ਜੀ ਇਹ ਬਰਗਾੜੀ ਮੋਰਚੇ ਦੇ ਖਿਲਾਫ ਇੱਕ ਧਿਰ ਖੜੀ ਹੋਣ ਲੱਗੀ ਹੈ, ਇਹ ਨਵੀਂ ਰਾਜਨੀਤਿਕ ਧਿਰ ਖੜੀ ਹੋਣ ਲੱਗੀ ਹੈ। ਅਸੀਂ ਬਾਰ-ਬਾਰ ਕਲੀਅਰ ਕਰਦੇ ਰਹੇ, ਤੁਸੀਂ ਸਾਡੇ ਮਤੇ ਵੀ ਪੜ੍ਹੇ ਆ। ਅਸੀਂ ਇਕੱਲੇ ਬਰਗਾੜੀ ਮੋਰਚੇ ਦੇ ਵਿੱਚ 4-4, 5-5 ਵਾਰੀ ਗਏ, ਗੱਡੀਆਂ ਭੇਜੀਆਂ, ਬੱਸਾਂ ਭੇਜੀਆਂ, ਸਭ ਕੁਝ ਕੀਤਾ। ਅਸੀਂ ਹਰ ਉਸ ਸੱਜਣ ਦਾ ਸਤਿਕਾਰ ਕਰਦੇ ਹਾਂ ਜਿਹੜਾ ਬੇਅਦਬੀ ਦੇ ਹੋਏ, ਅਨਾਦਰ ਦੇ, ਜਿਹੜਾ ਸਤਿਗੁਰੂ ਸਾਹਿਬ ਜੀ ਦੀ ਗੁਰਬਾਣੀ ਦਾ ਅਨਾਦਰ ਹੋਇਆ, ਉਹਦੇ ਇਨਸਾਫ ਲਈ ਲੜ ਰਿਹਾ। ਅਸੀਂ ਬੜਾ ਕਲੀਅਰ ਤੇ ਸਪਸ਼ਟ ਮਤਾ ਪਾਇਆ ਨਾ, ਪਹਿਲਾਂ ਬਿਆਨਾਂ ਰਾਹੀਂ ਵੀ ਕਿਹਾ ਕਿ ਅਸੀਂ ਬਰਗਾੜੀ ਮੋਰਚੇ ਦੀ ਪੂਰਨ ਹਮਾਇਤ ਕਰਦੇ, ਉਹਨਾਂ ਦੀਆਂ ਮੰਗਾਂ ਦੀ ਹਮਾਇਤ ਕਰਦੇ ਹਾਂ। ਔਰ ਅਸੀਂ ਹੋਰ ਕੀ ਕਰ ਸਕਦੇ ਹਾਂ? ਅਸੀਂ ਤਾਂ ਆਪਣਾ ਸੱਚ ਹੀ ਦੱਸ ਸਕਦੇ ਹਾਂ ਨਾ। ਪਰ ਇਹ ਲੋਕ ਬਾਰ-ਬਾਰ ਸ਼ਰਾਰਤਾਂ ਕਰਕੇ ਪੰਥ ਵਿੱਚ ਫੁੱਟ ਪਾਉਣ ਦਾ ਕੰਮ ਕਰਦੇ। ਜਦੋਂ ਇਹ ਬਾਰ-ਬਾਰ ਕਹਿੰਦੇ ਜੀ ਨਵੀਂ ਧਿਰ, ਕਿਹੜੀ ਰਾਜਨੀਤਿਕ ਧਿਰ ਖੜੀ ਹੋ ਗਈ ਜੀ 2 ਦਿਨ ਦੀ ਅਸੈਂਬਲੀ ਤੋਂ ਬਾਅਦ? ਦੱਸੋ ਕੋਈ ਹੋਈ ਧਿਰ ਖੜੀ? ਕਿਤੇ ਕਨਫਰੰਟੇਸ਼ਨ ਹੋਈ ਪੰਥ ਦੇ ਨਾਲ? ਇਹ ਨੇ ਸਿਰਫ ਪੰਥ ਦੇ ਨਾਂ ਤੇ ਕੁਰਸੀਆਂ ਮਾਣੀਆਂ, ਪੰਥ ਉਪਰੰਤ ਨੂੰ ਦਿੱਤਾ ਕੁਛ ਨਹੀਂ। ਅੱਜ ਸਿੱਖਾਂ ਨੂੰ ਸੁਚੇਤ ਹੋਣਾ ਪਊਗਾ। ਜਿਹੜੇ ਲੋਕ ਪੰਥ ਕਰਕੇ ਰਾਜ ਕਰਦੇ ਰਹੇ, ਉਹਨਾਂ ਨੇ ਇੱਕ ਟੱਬਰ ਦੀ ਤਾਕਤ ਵਧਾਉਂਦਿਆਂ ਸਿੱਖਾਂ ਕੋਲੋਂ ਅਕਾਲ ਤਖਤ ਵੀ ਖੋਹ ਲਿਆ, ਸ਼੍ਰੋਮਣੀ ਕਮੇਟੀ ਵੀ ਖੋਹ ਲਈ, ਤੇ ਅਕਾਲੀ ਦਲ ਵੀ ਖੋਹ ਲਿਆ। ਅੱਜ ਜੇ ਰਾਜਨੀਤਿਕ ਤੌਰ ਤੇ ਇੱਕ ਟੱਬਰ ਫੇਲ ਹੋਇਆ, ਤੇ ਖੁੱਸਿਆ ਸਿੱਖਾਂ ਦਾ ਰਾਜਨੀਤਿਕ ਕੇਂਦਰ ਹੈ। ਟੱਬਰ ਦਾ ਕੁਝ ਨਹੀਂ ਵਿਗੜਨਾ, ਇਹ ਤਾਂ ਛੱਡ ਕੇ ਭੱਜ ਜਾਣਗੇ, ਜਾਇਦਾਦਾਂ ਵਾਲੇ ਨੇ ਵੇਚ ਵੱਟ ਕੇ ਦੌੜ ਜਾਣਗੇ ਕਿਤੇ। ਪੰਥ ਦੇ ਕੋਲ ਕਿਹੜਾ ਰਾਜਨੀਤਿਕ ਕੇਂਦਰ ਰਹਿ ਗਿਆ? ਉਹ ਇਹਨਾਂ ਨੇ ਖਤਮ ਕੀਤਾ। ਜਦੋਂ ਰਾਜਨੀਤਿਕ ਤੌਰ ਤੇ ਪੰਥ ਕਮਜ਼ੋਰ ਹੁੰਦਾ ਸੀ ਤਾਂ ਅਕਾਲ ਤਖਤ ਸਾਹਿਬ ਤੋਂ ਤੇ ਸ਼੍ਰੋਮਣੀ ਕਮੇਟੀ ਤੋਂ ਅਗਵਾਈ ਲੈਂਦਾ ਸੀ। ਅੱਜ ਕੋਈ ਸੱਚਾ ਸਿੱਖ ਉਧਰ ਨੂੰ ਮੂੰਹ ਕਰਦਾ? ਸਿਰਫ ਬਿਲਕੁਲ ਬਹੁਤ ਸਾਰੇ ਵੀ ਜਾਣਨਾ ਚਾਹਾਂਗੇ ਜਿਹੜੀਆਂ ਜਥੇਬੰਦੀਆਂ ਨੇ ਚੋਣਾਂ ਦੇ ਨਾਲ, ਜਿਸ ਦੇ ਵਿੱਚ VOTING ਸਿਸਟਮ ਹੈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਇਹਨਾਂ ਦੇ ਕੋਈ ਮੈਂਬਰ ਸ਼ਾਮਿਲ ਹੋਏ ਪੰਥਕ ਅਸੈਂਬਲੀ ਦੇ, ਜਾਂ ਕੀ ਤੁਸੀਂ ਹੁਣੇ ਦੱਸਿਆ ਕਿ ਪਹੁੰਚ ਕੀਤੀ ਸੀ ਪਰ ਇਹਨਾਂ ਨੇ ਕੋਈ ਰਿਸਪਾਂਸ ਨਹੀਂ ਦਿੱਤਾ? ਕਿੱਦਾਂ ਦਾ ਜਵਾਬ ਮਿਲਿਆ ਤੁਹਾਨੂੰ ਜਦੋਂ ਤੁਸੀਂ ਗਏ ਸਹਿਯੋਗ ਦੇ ਲਈ? ਦੇਖੋ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 10-12 ਮੈਂਬਰ ਸ਼ਾਮਿਲ ਸਨ। ਦਿੱਲੀ ਕਮੇਟੀ ਦੇ ਜਿਹੜੇ ਸਾਬਕਾ ਮੈਂਬਰ ਸੀ, ਧਰਮ ਪ੍ਰਚਾਰ ਕਮੇਟੀ ਦੇ ਮੁਖੀ ਭਾਈ ਤਰਸੇਮ ਸਿੰਘ ਹਾਜ਼ਰ ਸਨ, ਤੇ ਬਾਕੀ ਸੁਖਮਨੀ ਸੇਵਾ ਸੁਸਾਇਟੀ ਦੇ ਨੁਮਾਇੰਦੇ ਉੱਥੋਂ ਜਿਹੜੇ ਭਾਈ ਹਰਭਜਨ ਸਿੰਘ ਨਿਸ਼ਕਾਮ ਦਿੱਲੀ ਤੋਂ ਹਾਜ਼ਰ ਸੀ,
ਉੜੀਸਾ ਤੋਂ ਸਿੰਘ ਹਾਜ਼ਰ ਸਨ, ਬਹੁਤ ਦੂਰੋਂ ਦੂਰੋਂ ਸਿੰਘ ਆਏ ਸਾਰੇ ਇਸ ਗੱਲ ਨੂੰ ਸਮਝ ਕੇ, ਦੁਬਈ ਤੋਂ। ਔਰ ਕਈ ਸੱਜਣਾ ਨੇ ਜਿਹੜੇ ਆਰਮੀ ਅਫੀਸਰ ਨੇ, ਕੋਈ ਲੈਫਟੀਨੈਂਟ ਕਰਨਲ ਹੈ, ਕੋਈ ਹੋਰ ਹੈ, ਤੁਸੀਂ ਜੇ ਸਾਰਾ ਉਹਨੂੰ ਪੜ੍ਹੋ, ਅਸੀਂ ਅੱਜ YouTube ਤੇ ਪਾ ਦਿਆਂਗੇ। ਇਕੱਲੇ ਇਕੱਲੇ ਬੰਦੇ ਨੇ ਕਿਹਾ ਵੀ ਪੰਥਕ ਏਕਤਾ ਦੇ ਲਈ ਇਹ ਇੱਕ ਚੰਗਾ ਰਾਹ ਦਸੇਰਾ, ਕਿ ਜੇ ਸਾਨੂੰ ਨੌਕਰੀਆਂ ਛੱਡ ਕੇ ਵੀ ਇਹਦੀ ਸੇਵਾ 'ਚ ਹਾਜ਼ਰ ਹੋਣਾ ਪਿਆ ਅਸੀਂ ਕਰਾਂਗੇ। ਅਸੀਂ ਇਹ ਸਭ ਕੁਝ ਇਸ ਅਸੈਂਬਲੀ ਦੇ ਵੱਖ-ਵੱਖ ਖਿੱਤਿਆਂ 'ਚੋਂ, ਵੱਖ-ਵੱਖ ਸੰਸਥਾਵਾਂ ਤੋਂ ਆਏ ਮੈਂਬਰਾਂ 'ਤੇ ਛੱਡ ਦਿੱਤਾ ਸੀ ਤੇ ਤੁਸੀਂ ਦੱਸੋ ਇਸ ਕਾਜ ਨੂੰ ਅੱਗੇ ਵਧਾਉਣਾ ਕਿ ਨਹੀਂ ਵਧਾਉਣਾ। ਜੇ ਵਧਾਉਣਾ ਹੈ ਤੇ ਠੀਕ ਹੈ, ਨਹੀਂ ਵਧਾਉਣਾ ਤੇ ਅਸੀਂ ਆਪਣੀਆਂ ਫਾਈਲਾਂ ਚੁੱਕ ਕੇ ਕੱਲ੍ਹ ਨੂੰ ਕਰ ਚੱਲਦਾ। ਉਹਨਾਂ ਦੀ ਰਾਏ ਸੀ ਵੀ ਇਸ ਯਤਨ ਨੂੰ ਅੱਗੇ ਤੋਰਨਾ ਚਾਹੀਦਾ ਤੇ ਉਹਦੇ ਮੁਤਾਬਕ ਹੁਣ ਫਿਰ ਕਿਤੇ ਮੀਟਿੰਗ ਕਰਾਂਗੇ ਸਾਰਿਆਂ ਨਾਲ, ਫਿਰ ਉਸ ਤੋਂ ਬਾਅਦ ਅਗਲਾ ਸਟੈਪ ਚੁੱਕਾਂਗੇ। जी बिल्कुल भौर साहब, सो पंथक असैंबली जो पहली बार बुलाई गई है, आप कह सकते हैं कि उसनू सफलता हासिल हुई है, सफलता मिली है। हालांकि वड्डियां जिहड़ियां पंथ दियां जिहड़ियां आपां कह लईए नुमाइंदा जथेबंदियां ने, उन्हां दा साथ नहीं मिलिया, पर उन्हां दा साथ बरगाड़ी मोर्चे नूं भी नहीं हैगा। हालांकि पूरे पंथ दा श्री गुरु ग्रंथ साहिब दी बेअदबी दे दोषियां नूं इंसाफ दिवाउण दा मुद्दा है, उत्थे भी जिहड़ियां जिम्मेवार संस्थावां अपने आप नूं समझदियां ने, पंथ दियां कहाउंदियां ने, उन्हां दा साथ नहीं मिलिया। सो बरगाड़ी मोर्चे दी आपां गल कर लईए, बरगाड़ी मोर्चा पूरी चढ़दी कला दे विच है। तुसीं भी मोर्चे दा पूरी तरह सहयोग करदे रहे हो, तुसीं स्टेज ते तकरीरां तुहाडीआं सामने आउंदियां रहियां ने। सो की बरगाड़ी मोर्चा कामयाबी दे मुकाम तक पहुंचेगा जदों कि जिहड़ी सरकार है, मौजूदा सरकार है, इंसाफ देण दे रौं विच नहीं हैगी? तुसीं की कहोगे? ਮੈਨੂੰ ਇਹ ਲੱਗਦਾ ਬੀਬਾ ਜੀ ਵੀ ਸਰਕਾਰਾਂ ਬੇਈਮਾਨ ਨੇ। ਸਰਕਾਰਾਂ ਬਾਰ-ਬਾਰ ਵਾਅਦੇ ਕਰਕੇ ਮੁੱਕਰ ਰਹੀਆਂ। ਸਰਕਾਰਾਂ ਨੂੰ ਇੱਦਾਂ ਲੱਗ ਰਿਹਾ ਵੀ ਇਹ ਕੌਮ ਜਿਹੜੀ ਹੈ ਨਾ, ਸੰਗਠਿਤ ਨਹੀਂ ਹੈ ਤੇ ਇਹਨੂੰ ਨਾ ਵੀ ਇਨਸਾਫ ਦਿੱਤਾ ਤਾਂ ਵੀ ਕੋਈ ਫਰਕ ਨਹੀਂ ਪੈਂਦਾ। ਇਹੀ ਕਾਰਨ ਹੈ। ਸਾਰੀ ਦੁਨੀਆ ਨੂੰ ਪਤਾ ਹੈ ਕਿ ਬੇਅਦਬੀ ਕਿਹਨੇ ਕੀਤੀ ਹੈ, ਬੇਅਦਬੀ ਕਿਹਨੇ ਕਰਾਈ ਹੈ, ਬੇਅਦਬੀ ਕਰਨ ਵਾਲਿਆਂ ਨੂੰ ਬਚਾਉਣ ਵਾਲੇ ਕੌਣ ਲੋਕ ਨੇ, ਕਮਿਸ਼ਨਾਂ ਦਾ ਸੱਚ ਕਿੱਥੇ ਛੁਪ ਕੇ ਰਹਿ ਗਿਆ, ਕਿਹਨੇ ਛੁਪਾਇਆ, ਪਰੰਤੂ ਸਜ਼ਾ ਕਿਸੇ ਨੂੰ ਨਹੀਂ ਮਿਲ ਰਹੀ। ਇਹ ਪਹਿਲੀ ਦੁਨੀਆ ਦੀ ਮਿਸਾਲ ਹੈ ਵੀ ਸਾਰੀ ਦੁਨੀਆ ਨੂੰ ਪਤਾ ਹੋਣ ਦੇ ਬਾਵਜੂਦ ਵੀ ਪੰਥ ਨੂੰ ਇਨਸਾਫ ਨਹੀਂ ਮਿਲ ਰਿਹਾ। ਕਿੱਥੇ ਜਾ ਕੇ ਰੋਏਗਾ ਪੰਥ? ਹਾਂ, ਵਿਸ਼ਵਾਸ ਜ਼ਰੂਰ ਹੈ ਕਿ ਸੱਚੇ ਪਾਤਸ਼ਾਹ ਤੇਰੀ ਬਾਣੀ ਦਾ ਅਨਾਦਰ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਇਨਸਾਫ ਵੀ ਤੂੰ ਹੀ ਦੇਣਾ। ਬਸ ਉਹਦੀ ਦਰਗਾਹ ਵਿੱਚ ਇੱਕ ਆਵਾਜ਼ ਹੈ ਕਿ ਬੰਦਾ ਬੰਦਿਆਂ ਨੂੰ ਧੋਖਾ ਦੇ ਸਕਦਾ, ਸਤਿਗੁਰੂ ਤੈਨੂੰ ਕੌਣ ਧੋਖਾ ਦੇਵੇਗਾ। ਜਦੋਂ ਤੇਰੀ ਕਲਾ ਵਰਤੇਗੀ ਉਸ ਵੇਲੇ ਕਰਨ ਵਾਲੇ ਤੇ ਕਰਾਉਣ ਵਾਲੇ ਸਾਰੇ ਕਚਹਿਰੀ ਵਿੱਚ ਖੜੇ ਹੋ ਜਾਣਗੇ ਤੇ ਖਾਲਸਾ ਪੰਥ ਦਾ ਹਿਰਦਾ ਸ਼ਾਂਤ ਜ਼ਰੂਰ ਹੋਏ। जी बिल्कुल बिल्कुल, जदों कहंदे अदालतां इंसाफ ना देण या फिर दुनियावी तौर ते किसी भी वर्ग के लोगों को इंसाफ ना मिले, तो परमात्मा या कुदरत जरूर इंसाफ करदी है। सो कौर साहब, एक होर सवाल मेरा सीगा कि सोशल मीडिया दे उत्ते जां मैं अपने निजी तौर ते दोस्तां मित्रां दी गल कर लवां तां पंथक असैंबली दे बारे कोई खास पता नहीं लग्या कि पंथक असैंबली बैठन जा रही है। तकरीबन बहुत सारे सिख नौजवानों का यही इल्जाम है कि बहुत ही सीक्रेट तरीके नाल इसनूं कीता गया। ਇਹਦਾ ਕੀ ਕਾਰਨ ਹੈ ਕਿ ਪ੍ਰਚਾਰ ਪਹਿਲਾਂ ਕਿਉਂ ਨਹੀਂ ਕੀਤਾ ਗਿਆ? ਹਾਂ ਬੇਟਾ, ਉਹਦੇ ਚ ਬੇਟਾ ਇੱਕ ਗੱਲ ਇਹ ਹੈ ਵੀ ਸਾਡੇ ਕੋਲ ਸਾਧਨ ਬੜੇ ਸੀਮਿਤ ਸੀ। ਅਸੀਂ ਕਿਰਤੀ ਲੋਕ ਹੈ, ਕੋਈ ਬੜੇ ਧਨਾੜ ਨਹੀਂ। ਆਪਣੀ ਕਿਰਤ ਦੇ ਨਾਲ ਇਹ ਯਤਨ ਕੀਤਾ ਸੀ। ਸਾਧਨਾਂ ਦੀ ਕਮੀ ਹੋਣ ਦੇ ਬਾਵਜੂਦ ਅਸੀਂ ਇਸ ਦੀ ਪਵਿੱਤਰਤਾ ਨੂੰ ਕਾਇਮ ਰੱਖਣ ਦੀ ਕੋਸ਼ਿਸ਼ ਕੀਤੀ ਔਰ ਉਹਦੇ ਵਿੱਚ ਜਿੰਨੇ ਕੁ ਸਾਡੇ ਕੋਲ ਸਾਧਨ ਸੀ ਉਹਨਾਂ ਦੀ ਵਰਤੋਂ ਕਰਕੇ ਇਹਨਾਂ ਨੂੰ ਪਬਲਿਸਾਈਜ਼ ਕਰਨ ਦੀ ਵੀ ਕੋਸ਼ਿਸ਼ ਕੀਤੀ। ਆਈ ਗਈ ਜਿਹੜੀ ਦੂਰੋਂ ਦੇਸ਼ਾਂ ਵਿਦੇਸ਼ਾਂ ਤੋਂ ਸੰਗਤ ਆਈ, ਉਹਨਾਂ ਦੇ ਰਹਿਣ ਸਹਿਣ ਦਾ ਵੀ ਪ੍ਰਬੰਧ ਕੀਤਾ, ਉਹਨਾਂ ਦੇ ਲੰਗਰ ਪ੍ਰਸ਼ਾਦੇ ਦਾ ਪ੍ਰਬੰਧ ਵੀ ਕੀਤਾ। ਔਰ 8 ਬੰਦੇ ਰਿਕਾਰਡ ਕੀਪਿੰਗ ਕਰਦੇ ਸੀ ਸਾਡੇ, ਜਿਨ੍ਹਾਂ ਨੇ ਇਕੱਲੇ ਬੋਲਣ ਵਾਲੇ ਦੇ ਬਚਨਾਂ ਨੂੰ ਰਿਕਾਰਡ ਕੀਤਾ, ਇਹਨੂੰ ਰਾਈਟਿੰਗ ਵੀ ਤੇ ਰਿਕਾਰਡ ਵੀ ਕੀਤਾ। ਔਰ ਫਿਰ ਅਸੀਂ ਜੋ ਸਾਡੀ ਸਮਰੱਥਾ ਸੀ ਉਹਦੇ ਮੁਤਾਬਕ ਉਹਨੂੰ ਰਿਕਾਰਡ ਕਰਨ ਤੋਂ ਬਾਅਦ ਅਸੀਂ ਇਹ ਜਿਹੜਾ ਕਿਤਾਬਚਾ ਬਣਾਉਣਾ, ਇਹਦੇ 'ਤੇ ਵੀ ਬੜੇ ਵੱਡੇ ਖਰਚ ਹੋਣੇ ਆ। ਫਿਰ ਜਿਹੜੇ ਅਸੀਂ ਬਰੋਸ਼ਰਸ ਬਣਾ ਕੇ ਜਦ ਉਹਦੇ ਬਣਾਉਣੇ ਆ, ਛੋਟੇ ਛੋਟੇ ਟਰੈਕਸ ਬਣਾ ਕੇ ਪਿੰਡਾਂ ਵਿੱਚ ਭੇਜਾਂਗੇ, ਉਹਦੇ 'ਤੇ ਵੀ ਖਰਚਾ ਹੋਣਾ। ਸਾਡੀ ਸਮਰੱਥਾ ਬੜੀ ਥੋੜ੍ਹੀ ਸੀ। ਸਾਰੇ ਅਸੀਂ ਕਿਰਤੀ ਹਾਂ, ਕੋਈ ਵੱਡੇ ਧਨਾੜ ਨਹੀਂ। ਅਸੀਂ ਚਲੋ ਸਤਿਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਨੇਪਰੇ ਚੜ੍ਹ ਗਿਆ, ਪਰ ਕੋਸ਼ਿਸ਼ ਕਰ ਰਹੇ ਹਾਂ ਜੋ ਅਸੀਂ ਰਿਕਾਰਡ ਕੀਤਾ ਨਾ ਉਹ ਅੱਜ ਵੀ ਬਹੁਤ ਉਹਦਾ ਹਿੱਸਾ YouTube 'ਤੇ ਪੈ ਜਾਣਾ ਤੇ ਆਉਣ ਵਾਲੇ ਸਮੇਂ 'ਚ ਜਦੋਂ ਰਿਕਾਰਡ ਕਰਕੇ ਉਹ ਕਿਤਾਬਚੇ ਦਾ ਰੂਪ ਬਣ ਜਾਏਗਾ, ਜਿਵੇਂ ਜਿਵੇਂ ਪੰਥ ਚਾਹੁੰਦਾ ਰਿਹਾ ਉਹਦੇ ਮੁਤਾਬਕ ਅਗਲੀ ਕਾਰਵਾਈ ਹੁੰਦੀ ਰਹੇਗੀ। ਪਰ ਇਹ ਸੀਕਰੇਟ ਕੋਈ ਨਹੀਂ ਸੀ, ਸਾਰੀ ਦੁਨੀਆ ਨੂੰ ਪਤਾ ਸੀ
ਸਾਡੀਆਂ ਮੀਟਿੰਗਾਂ ਦਾ ਪਤਾ ਸੀ, ਬਰਗਾੜੀ ਮੋਰਚੇ ਤੇ ਬੈਠੇ ਜਥੇਦਾਰ ਸਾਹਿਬਾਨ ਨੂੰ ਪਤਾ ਸੀ, ਅਸੀਂ ਉਹਨਾਂ ਨਾਲ ਸਲਾਹ ਕਰਕੇ ਤੁਰੇ ਸੀ। ਸਰਦਾਰ ਸਿਮਰਨਜੀਤ ਸਿੰਘ ਮਾਨ ਨਾਲ ਸਲਾਹ ਕਰਕੇ ਤੁਰੇ ਸੀ, ਭਾਈ ਮੋਹਕਮ ਸਿੰਘ ਨਾਲ ਸਲਾਹ ਕਰਕੇ ਤੁਰੇ ਸੀ, ਸਭ ਨੂੰ ਪਤਾ ਸੀ। ਤੇ ਸਰਦਾਰ ਰਵਿੰਦਰ ਸਿੰਘ ਨਾਲ ਸਲਾਹ ਕਰਕੇ ਤੁਰੇ ਸੀ। ਭਾਈ ਰਣਜੀਤ ਸਿੰਘ ਹੋਰਾਂ ਨੂੰ ਸੁਨੇਹਾ ਦਿੱਤਾ ਸੀ, ਜਿਹੜੇ ਸਾਬਕਾ ਜਥੇਦਾਰ ਨੇ। ਬਸ ਦੋ ਧਿਰਾਂ ਛੱਡੀਆਂ ਸੀ, ਇੱਕ ਬਾਦਲ ਪਰਿਵਾਰ ਤੇ ਇੱਕ ਉਹਨਾਂ ਦੇ ਮਦਦਗਾਰਾਂ ਨੂੰ ਨਹੀਂ ਬੁਲਾਇਆ ਸੀ, ਬਾਕੀ ਸਾਰੇ ਪੰਥ ਨੂੰ ਬੁਲਾਇਆ ਸੀ। ਨਹੀਂ ਆਏ ਜਿਹੜੇ, ਉਹਨਾਂ ਦਾ ਵੀ ਧੰਨਵਾਦ, ਜਿਹੜੇ ਆ ਗਏ ਉਹਨਾਂ ਦਾ ਵੀ ਧੰਨਵਾਦ। जी बिल्कुल। सो एक बहुत ਆਪਾਂ ਕਹ ਲਈਏ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨਾਲ ਜੁੜੀ ਟਕਸਾਲ, ਦਮਦਮੀ ਟਕਸਾਲ, ਜਿਸ ਤਰ੍ਹਾਂ ਅਸੀਂ ਕਹਿ ਕੇ ਸਾਰੀਆਂ ਜਥੇਬੰਦੀਆਂ ਨੂੰ ਅਸੀਂ ਅਪਰੋਚ ਕੀਤਾ ਸੀ। ਦਮਦਮੀ ਟਕਸਾਲ ਨੂੰ ਆਪਾਂ ਕਹ ਲਈਏ ਕਿ ਮੰਨਣ ਵਾਲੇ ਜਾਂ ਹਮਾਇਤੀ ਜਿਹੜੇ ਨੌਜਵਾਨ ਨੇ, ਸੋਸ਼ਲ ਮੀਡੀਆ ਤੇ ਉਹ ਬਹੁਤ ਨੈਗੇਟਿਵ ਪ੍ਰਚਾਰ ਕਰ ਰਹੇ ਨੇ ਪੰਥਕ ਅਸੈਂਬਲੀ ਨੂੰ ਲੈ ਕੇ। ਇਸ ਦੇ ਕੀ ਮਾਇਨੇ ਨੇ, ਇਸ ਬਾਰੇ ਤੁਹਾਡਾ ਕੀ ਪ੍ਰਤੀਕਰਮ ਹੈ? ਅਖੌਤੀ ਅਸੈਂਬਲੀ ਦੱਸ ਰਹੇ ਨੇ ਇਸ ਨੂੰ। कौर साहब मेरी आवाज सुन पा रहे थे? लगता है कुछ तकनीकी कारणों करके साडी जेडी कॉल है डिस्कनैक्ट हो चुकी है। कौर साहब नाल असीं दोबारा संपर्क ਕਰਨ ਦੀ ਕੋਸ਼ਿਸ਼ ਕਰਦੇ ਹਾਂ। ਸੋ ਪੰਥਕ ਅਸੈਂਬਲੀ ਦਾ ਜਿਹੜਾ ਵਿਧੀ ਵਿਧਾਨ, ਕਿਵੇਂ ਇਹ ਸਾਰਾ ਪਲਾਨ ਤਿਆਰ ਕੀਤਾ ਗਿਆ, ਕਿੰਨੇ ਸਮੇਂ ਤੋਂ ਚਰਚਾ ਹੋ ਰਹੀ ਸੀ, ਕਿ ਇਸ ਦਾ ਉਦੇਸ਼ ਸੀ, ਤਾਂ ਇੱਕੋ ਇੱਕ ਉਦੇਸ਼ ਜਿਹੜਾ ਸੁਖਦੇਵ ਸਿੰਘ ਭੌਰ ਨੇ ਸਾਨੂੰ ਦੱਸਿਆ ਕਿ ਇੱਕੋ ਇੱਕ ਉਦੇਸ਼ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀ, ਉਹਨਾਂ ਨੂੰ ਸਜ਼ਾ नहीं ਦਿੱਤੀ ਜਾ ਰਹੀ। ਦੋਸ਼ੀ ਹਾਲਾਂਕਿ ਸਭ ਦੇ ਸਾਹਮਣੇ ਨੇ, ਸਾਰਾ ਖੁਲਾਸਾ ਹੋ ਚੁੱਕਿਆ, ਸਭ ਕੁਝ ਜਨਤਕ ਹੈ, ਫਿਰ ਵੀ ਸਰਕਾਰਾਂ ਦੋਸ਼ੀਆਂ ਨੂੰ ਸਜ਼ਾ ਨਹੀਂ ਦਿਵਾ ਰਹੀਆਂ। ਤਾਂ ਪੂਰੇ ਇਸ ਕਾਂਡ ਤੇ, ਪੂਰੇ ਇਸ ਗੱਲ ਤੇ, ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨੂੰ ਲੈ ਕੇ ਜਿਹੜੀ ਚਰਚਾ ਕੀਤੀ ਗਈ ਸੀ ਪੰਥਕ ਅਸੈਂਬਲੀ ਦੇ ਵਿੱਚ, ਤਕਰੀਬਨ ਹਰ ਜਥੇਬੰਦੀ ਦਾ ਸਾਥ ਹੈ ਪੰਥਕ ਅਸੈਂਬਲੀ ਨੂੰ ਮਿਲਿਆ। ਹਾਲਾਂਕਿ ਜਿਹੜੀਆਂ ਨੁਮਾਇੰਦਾ ਜਥੇਬੰਦੀਆਂ, ਸਿੱਖ ਕੌਮ ਦੀਆਂ ਨੁਮਾਇੰਦਾ ਜਥੇਬੰਦੀਆਂ, ਸਿੱਖ ਕੌਮ ਦੀ ਮਿੰਨੀ ਪਾਰਲੀਮੈਂਟ ਵਾਲੀਆਂ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਹੋਰ ਕੁਝ ਜਥੇਬੰਦੀਆਂ, ਸੰਪਰਦਾਵਾਂ, ਉਹਨਾਂ ਦੀ ਜੇ ਗੱਲ ਕਰ ਲਈਏ ਤਾਂ ਉਹਨਾਂ ਦਾ ਸਹਿਯੋਗ ਨਹੀਂ ਮਿਲਿਆ। ਕੁਝ ਮੈਂਬਰ ਹਾਲਾਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸ਼ਾਮਿਲ ਹੋਏ ਸੀ, ਸਾਡੇ ਪੰਥਕ ਅਸੈਂਬਲੀ ਦੇ ਵਿੱਚ ਪਹੁੰਚੇ ਹੋਏ ਸੀ, ਉਹਨਾਂ ਦਾ ਸਾਥ ਜ਼ਰੂਰ ਮਿਲਿਆ। ਸੋ ਸਾਡੇ ਨਾਲ ਇੱਕ ਕਾਲਰ ਜੁੜ ਚੁੱਕੇ ਨੇ। ਹਾਂਜੀ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਬਹੁਤ ਬਹੁਤ ਸਵਾਗਤ ਹੈ, ਮੈਂ ਪੰਜਾਬ ਬੋਲਦਾ ਦੇ ਵਿੱਚ। कॉल डिस्कनेक्ट शायद हो गई है, कॉलर सानू सुन नहीं पा रहे, तो दोबारा जुड़न की कोशिश करनगे। ते सुखदेव सिंह भौर लगातार साडे नाल जुड़े हुए सन, उन्हां नाल असीं गलबात कर रहे सी। ते एक होर अहम मुद्दा जो खास खबर श्री अकाल तख्त साहिब दे कार्यकारी जथेदार दी नियुक्ति कीती गई है, ਉਹਨਾਂ ਤੇ ਵੀ ਅਸੀਂ ਚਰਚਾ ਕਰਨੀ ਸੀ। ਸਰਦਾਰ ਗਿਆਨੀ ਹਰਪ੍ਰੀਤ ਸਿੰਘ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਨੇ, ਉਹਨਾਂ ਨੂੰ ਕਾਰਜਕਾਰੀ ਜਥੇਦਾਰ ਲਾਇਆ ਗਿਆ। ਸ਼੍ਰੀ ਅਕਾਲ ਤਖਤ ਸਾਹਿਬ ਦੀ ਜਿਹੜੇ ਨਾਲ ਐਕਟਿੰਗ ਜਥੇਦਾਰੀ ਉਹ ਨਿਭਾਉਣਗੇ। ਇਸ ਮੁੱਦੇ ਤੇ ਬਹੁਤ ਸਾਰੇ ਸਵਾਲ ਨੇ, ਜਿਹੜੇ ਬਹੁਤ ਸਾਰੇ ਇਲਜ਼ਾਮ ਲੱਗ ਰਹੇ ਨੇ ਕਿ ਬਾਦਲ ਪਰਿਵਾਰ, ਜੋ ਕਿ ਸ਼੍ਰੋਮਣੀ ਅਕਾਲੀ ਦਲ ਦੇ ਮੁਖੀ ਨੇ, ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ, ਉਹਨਾਂ ਨੇ ਇਹ ਸਾਰਾ ਜਿਹੜਾ ਫੈਸਲੇ ਲੈਣੇ ਹੁੰਦੇ ਨੇ ਬਾਦਲ ਪਰਿਵਾਰ ਦੇ ਹੱਥ ਚੋਂ ਚਿੱਠੀ ਨਿਕਲਦੀ ਹੈ ਤਾਂ ਹੀ ਜਥੇਦਾਰੀ ਹੈ ਜਿਹੜੀ ਉਹ ਥਾਪੀ ਜਾਂਦੀ ਹੈ, ਜਥੇਦਾਰ ਨਿਯੁਕਤ ਕੀਤਾ ਜਾਂਦਾ ਆ। ਸੋ ਇਸ ਬਾਰੇ ਅਸੀਂ ਚਰਚਾ ਸੁਖਦੇਵ ਸਿੰਘ ਭੌਰ ਨਾਲ ਦੁਬਾਰਾ ਜੁੜਨ ਦੀ ਕੋਸ਼ਿਸ਼ ਕਰਾਂਗੇ। ਪਰ ਜੇ ਆਮ ਲੋਕਾਂ ਦੀ ਗੱਲ ਕਰ ਲਈਏ, ਸਿੱਖ ਕੌਮ ਦੀ ਗੱਲ ਕਰ ਲਈਏ, ਤਾਂ ਉਹਨਾਂ ਦਾ ਕੀ ਮੰਨਣਾ ਹੈ, ਕੀ ਕਹਿਣਾ ਹੈ। ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਪਿਛਲੇ ਲੰਬੇ ਸਮੇਂ ਤੋਂ ਗਿਆਨੀ ਗੁਰਬਚਨ ਸਿੰਘ ਬਣੇ ਆ ਰਹੇ ਸਨ। ਗਿਆਨੀ ਗੁਰਬਚਨ ਸਿੰਘ ਦੇ ਕਾਰਜਕਾਲ ਦੇ ਦੌਰਾਨ ਬਹੁਤ ਸਾਰੀਆਂ ਅਹਿਮ ਘਟਨਾਵਾਂ ਵਾਪਰੀਆਂ। ਸਭ ਤੋਂ ਵੱਡੀ ਜਿਹੜੀ ਘਟਨਾ ਹੈ, ਸਭ ਤੋਂ ਵੱਡੀ ਘਟਨਾ ਹੀ ਇਸ ਨੂੰ ਕਹਾਣੀ ਹੈ, ਸਭ ਤੋਂ ਵੱਡੀ ਕਾਰਵਾਈ ਉਹ ਸੀ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਮਾਫੀ ਦੇਣੀ। ਮਾਫੀ ਕਿਸ ਮੁੱਦੇ ਤੇ ਕਿ ਸਿਰਸਾ ਮੁਖੀ ਜੋ ਬਲਾਤਕਾਰੀ ਹੈ, ਇਸ ਵੇਲੇ ਬਲਾਤਕਾਰ ਦੇ ਦੋਸ਼ ਦੇ ਵਿੱਚ ਜੇਲ੍ਹ ਦੇ ਵਿੱਚ ਬੰਦ ਹੈ, ਉਸਨੇ ਸਵਾਂਗ ਰਚਿਆ ਸੀ ਸਿੱਖ ਕੌਮ ਦੇ 10ਵੇਂ ਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਵਾਂਗ
एक्टिंग करन दी उसने कोशिश कीती सी, हालांकि कीती भी सी उसी तरह दा जो तस्वीरां दे विच दिखाया जांदा है, उसी तरह दे कपड़े पाए सी और फिर जाम ने इंसान इख्तियार कीता सी, नकल कीती सी खंडे दी बाहु दी। जिस तरह अमृत छकाया जाता है 5 प्यारे बना के, उसी तरह 5 बंदे बिठा के राम रहीम ने खंडे दा जिहड़ा पाहुल उसकी नकल करदे जाम ने इंसान तैयार कीता सी, जिसदा भाव है इंसानी जाम उन्हें तैयार कीता सी। फिर वो लोकां नूं छकाया सी। उस तो बाद बहुत जबरदस्त विरोध होया सी सिरसे वाले दी इस कार्रवाई दा ते सिरसे वाले ने श्री अकाल तख्त साहिब ਵੱਲੋਂ ਇਹ ਸੁਨੇਹਾ ਦਿੱਤਾ ਗਿਆ ਕਿ ਉਸਨੇ ਮਾਫੀਨਾਮਾ ਭੇਜਿਆ ਔਰ ਮਾਫੀਨਾਮੇ ਤੇ ਗੌਰ ਕਰਦਿਆਂ 5 ਸਿੰਘ ਸਾਹਿਬਾਨਾਂ ਨੇ ਸਿਰਸੇ ਵਾਲੇ ਨੂੰ ਮਾਫੀ ਦਿੱਤੀ। ਇਹ ਸਭ ਤੋਂ ਵੱਡੀ ਜਿਹੜੀ ਕਾਰਵਾਈ ਸੀ ਜਿਸ ਦੀ ਬਹੁਤ ਨਿਖੇਧੀ ਹੋਈ, ਬਹੁਤ ਵਿਰੋਧ ਹੋਇਆ ਤੇ ਜਥੇਦਾਰਾਂ ਨੂੰ ਇਹ ਫੈਸਲਾ ਵਾਪਸ ਲੈਣਾ ਪਿਆ। ਉਸ ਤੋਂ ਬਾਅਦ ਹੋਰ ਵੀ ਕਈ ਅਹਿਮ ਜਿਹੜੀਆਂ ਘਟਨਾਵਾਂ ਸੀ, ਅਹਿਮ ਕਾਰਵਾਈਆਂ ਸੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਦੇ ਕਾਰਜਕਾਲ ਦੇ ਦੌਰਾਨ ਹੋਈਆਂ। ਕਈ ਅਜਿਹੇ ਹੁਕਮਨਾਮੇ ਸੀ ਜਿਨ੍ਹਾਂ ਨੂੰ ਸੰਗਤ ਨੇ ਪ੍ਰਵਾਨ ਨਹੀਂ ਕੀਤਾ ਔਰ ਇੱਕ ਤਰ੍ਹਾਂ ਨਾਲ ਗਿਆਨੀ ਗੁਰਬਚਨ ਸਿੰਘ ਨੂੰ ਬਾਦਲਾਂ ਦੇ ਹੱਥ ਦੀ ਕਠਪੁਤਲੀ ਦੇ ਵਜੋਂ ਦੇਖਿਆ ਗਿਆ। ਬਰਗਾੜੀ ਕਾਂਡ ਦੀ ਗੱਲ ਕਰ ਲਈਏ, श्री गुरु ग्रंथ साहिब की बेअदबी की गल कर लीए, इन्हां सारे मुद्दों ते ज्ञानी गुरबचन सिंह की काफ़ी खिरकरी हुई ते हुण पिछले हालांकि 2015 तो लैके ही चर्चा चली आ रही थी कि ज्ञानी गुरबचन सिंह की थां किसी होर नूं लाया जा रहा है, पर जिस तरह की साख श्री अकाल तख्त साहिब की बना दी गई है उस दे मद्देनज़र शायद कोई भी पंथ की शख्सियत उस थां ते बैठण नूं तैयार नहीं है। हुण भी बादलों की जी कह लीए कि श्रोमणी गुरुद्वारा प्रबंधक कमेटी की या बादलों की, क्योंकि रस्मी तौर पर श्रोमणी गुरुद्वारा प्रबंधक कमेटी के वलों अकाल तख्त साहिब के जथेदार की नियुक्ति की जाती है और श्रोमणी गुरुद्वारा प्रबंधक कमेटी का जो इजलास है वह वोटां दे राही चुन के आउंदा है ते हमेशा ही श्रोमणी अकाली दल का जिहड़ा अकाली दल के मैंबर ने वह बहुमत दे विच जितदे रहे ने। इसे करके श्रोमणी गुरुद्वारा प्रबंधक कमेटी दी जिन्नियां भी बैठकां हुंदियां ने उन्हां ते मन्निया जाता है कि सारा प्रभाव श्रोमणी अकाली दल के प्रधान दा हुंदा है। जो हुक्म उन्हां वल्लों सुनाया जाता है उही हुक्म है जिहड़ा उही फैसला श्रोमणी गुरुद्वारा प्रबंधक कमेटी की कार्यकारिणी वालों प्रवान किया जाता है, उही फैसला किसी भी मुद्दे को लैके पढ़ के सुनाया जाता है। सो इस बार भी यही मन्निया जा रहा है कि हाले तक या तो कोई राजी नहीं होया जिन्हां दे सामने श्री अकाल तख्त साहिब की जथेदारी की पेशकश की गई ते जां फिर हाले बादल परिवार नूं कोई जिहड़ी शख्सियत है योग शख्सियत उन्हां दे मुताबिक हो नहीं लभी। इसे करके ज्ञानी हरप्रीत सिंह नूं कार्यकारी जथेदार सौंप दिता गया। हालांकि ज्ञानी हरप्रीत सिंह भी पिछले दिनों दे विच दुचित्ती दे विच सन कि वो जिम्मेवारी लैण जां ना लैण, क्योंकि सुनिया जा रहा है कि ज्ञानी हरप्रीत सिंह नूं जथेदारी दी ही पेशकश हुई सी, शायद वो ना मन्ने होण ते उन्हां नूं कार्यकारी जथेदार बनाया गया। हरप्रीत सिंह ज्ञानी हरप्रीत सिंह बारे दस दिए कि पिछले लंबे समय तो गुरुद्वारा टुट्टी गड्डी साहिब श्री मुक्तसर साहिब उत्थे कथावाचक वजों ड्यूटी निभा रहे सन, प्रचार कर रहे सन लगातार गुरबाणी दा ते फिर ज्ञानी मल सिंह तो बाद उन्हां नूं तख्त श्री दमदमा साहिब दे जथेदार थापिया गया। पहली बार होया कि सब तो छोटी उम्र दे जथेदार किसी तख्त दे बनाए गए ने और ये भी पहली बार है कि किसी तख्त के जथेदार मतलब एक हाईली एजुकेटेड ने, पीएचडी कर रहे ने और नाल ही नाल उन्होंने मास्टर डिग्री भी की हुई है। 46 साल यानी हरप्रीत सिंह की उम्र है और यही उन्होंने शख्सियत बारे मन्निया जाता है कि काफ़ी सोच समझ के हर मुद्दे पे विचार करने वाले ने, काफ़ी सूझ समझ रखने वाले ने ज्ञानी हरप्रीत सिंह। पर आउंदे दिनों दे विच श्री अकाल तख्त साहिब को किस तरह के हुक्मनामे जारी होंगे या किस तरह की हर मुद्दे नूं लैके कार्रवाई होगी, इसका पता तो आने वाले दिनों के विच ही सानूं लगेगा। सो इत्थे एक छोटे जिहे ब्रेक दे लई असीं रुकदे हां। ब्रेक तो बाद मुड़ तुहाडे नाल जुड़दे हां मैं पंजाब बोलदा दे विच और तुहाडीआं कॉल्स दी सानूं लगातार तुहाडीआं सुझावां दी विचारां दी इंतजार रहेगी, तुहाडे फोन कॉल्स दा इंतजार रहेगा। मिलदे हां एक छोटे जिहे ब्रेक तो बाद। ब्रेक तो बाद मैं पंजाब बोलदा दे विच सारे दर्शकों का बहुत बहुत स्वागत है। सो विषय साडा पंथक असैंबली नूं लैके श्री अकाल तख्त साहिब दे नवें जथेदार थापे ने कार्यकारी ज्ञानी हरप्रीत सिंह, उस मुद्दे ते असीं गल कर रहे सी। साडे नाल एक कॉलर जुड़े ने हुणे। हाँ जी, बहुत बहुत स्वागत है। मैं पंजाब बोलदा दे विच, की नाम है तुहाडा, कित्थों बोल रहे हो?
जी, मेरी आवाज़ सुन पा रहे हो? ਸਾਡੇ ਨਾਲ ਕਾਲਰ ਜੁੜੇ ਹੋਏ ਨੇ। ਕੀ ਨਾਮ ਹੈ ਤੁਹਾਡਾ ਤੇ ਕਿੱਥੋਂ ਬੋਲ ਰਹੇ ਹੋ? ਸ਼ਾਇਦ ਕੋਈ ਤਕਨੀਕੀ ਗੜਬੜ ਕਰਕੇ ਸਾਡੀ ਗੱਲ ਨਹੀਂ ਹੋ ਪਾ ਰਹੀ। ਪੰਥਕ ਅਸੈਂਬਲੀ ਦੇ ਵਿੱਚ ਮਤੇ ਜਿਹੜੇ ਪੇਸ਼ ਕੀਤੇ ਗਏ, ਉਹਨਾਂ ਮਤਿਆਂ ਨੂੰ ਕੌਣ ਪ੍ਰਵਾਨ ਕਰੇਗਾ? ਇੱਕ ਅਹਿਮ ਸਵਾਲ ਸਾਡੇ ਸਾਹਮਣੇ ਸੁਖਦੇਵ ਸਿੰਘ ਭੌਰ ਨੇ, ਜਿਸ ਦਾ ਜਵਾਬ ਦਿੱਤਾ ਹੈ ਕਿ ਇਹ ਸਾਰੇ ਮਤੇ ਪ੍ਰਵਾਨਗੀ ਇਹਨਾਂ ਨੂੰ ਪੰਥਕ ਅਸੈਂਬਲੀ ਦੇ ਸਾਰੇ ਮੈਂਬਰਾਂ ਨੇ ਦਿੱਤੀ। ਹਾਲਾਂਕਿ ਥੋੜੀ ਬਹੁਤੀ ਚਰਚਾ ਹੋਈ, ਥੋੜੀ ਬਹੁਤੀ ਇਹਨਾਂ ਮੁੱਦਿਆਂ ਤੇ ਵਿਚਾਰ ਹੋਈ ਕਿ ਇਹ ਮੁੱਦੇ ਪ੍ਰਵਾਨ ਹੋਣੇ ਚਾਹੀਦੇ ਨੇ, ਨਹੀਂ ਹੋਣੇ ਚਾਹੀਦੇ, ਕਿਸੇ ਨੂੰ ਮਨਜ਼ੂਰ ਸੀ, ਕਿਸੇ ਨੂੰ ਨਹੀਂ ਮਨਜ਼ੂਰ, ਪਰ ਸਹਿਮਤੀ ਨਾਲ ਸਾਰੇ ਮਤਿਆਂ ਨੂੰ ਪ੍ਰਵਾਨਗੀ ਦਿੱਤੀ ਗਈ। ਖਾਸ करके बरगाड़ी मोर्चे की हमायत का मता पेश किया गया, पास किया गया ते नाल बादलों के बाइकआउट का सदा सुखदेव सिंह भौर ने एक दस्सिया सी कि पंथक असैंबली दे विच उन्होंने हर एक धिर नूं, हर एक जथेबंदी तक पहुंच की पंथक असैंबली दे विच शामिल होने के लिए सिर्फ ते सिर्फ दो धिरां नूं छड्डिया, बादल परिवार ते बादल परिवार दी हमायतियां नूं, जिन्हां तक उन्होंने कोई पहुंच नहीं की। सो पंथक असैंबली के जिहड़े मते ने उन्हां नूं पेश किया गया, वो सारी जिहड़ी कार्रवाई है उस संबंधी वाइट पेपर एक पेश किया गया पंथक असैंबली दे विच, जिसनूं एक दस्तावेज के रूप तैयार किया जाएगा, एक किताबचे के रूप तैयार किया जाएगा ते उसनूं पिंड-पिंड, घर-घर वंडिया जाएगा ताकि सिख कौम नूं पता लग सके कि पूरा यह जो कांड वापरिया सी बरगाड़ी का, और उस तो बाद जिन्ने कमीशन बने की उहदे विच रिपोर्ट पेश की गई, सारी जिहड़ी एक कार्रवाई है उसनूं लैके वाइट पेपर जिहड़ा पेश किया गया, उसनूं एक किताब का रूप दिता जाएगा ते हर एक सिख तक पहुंचाया जाएगा ताकि पता लग सके असल दे विच की होया सी, कौन दोषी ने। क्योंकि जदों सरकारां इंसाफ नहीं दिंदियां तां कुदरत इंसाफ जरूर दिंदी है, ते खास तौर ते लोकां नूं जरूर पता होना चाहिए कि कौन दोषी है ते कौन निर्दोष है। तो ਸਾਡੇ ਨਾਲ ਮੁੜ ਤੋਂ ਕਾਲਰ ਜੁੜੇ ਨੇ। ਹਾਂਜੀ, ਬਹੁਤ ਬਹੁਤ ਸਵਾਗਤ ਹੈ। ਮੈਂ ਪੰਜਾਬ ਬੋਲਦਾਂ ਦੇ ਵਿੱਚ ਕੌਣ ਬੋਲ ਰਹੇ ਹੋ, ਕੀ ਨਾਮ ਹੈ ਤੁਹਾਡਾ ਤੇ ਕਿੱਥੋਂ ਬੋਲ ਰਹੇ ਹੋ? जी, मेरी आवाज सुन पा रहे हो ਤੁਸੀਂ? कुछ तकनीकी गड़बड़ आज शायद चल रही है नेटवर्क ਦੇ ਵਿੱਚ, ਤੇ ਦੁਬਾਰਾ ਅਸੀਂ ਕਾਲ ਤੇ ਲੈਣ ਦੀ ਕੋਸ਼ਿਸ਼ ਕਰਾਂਗੇ। ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਜਿਨ੍ਹਾਂ ਨੂੰ ਹੁਣ ਲਾਇਆ ਗਿਆ, ਜਿਨ੍ਹਾਂ ਦੇ ਬਾਰੇ ਅਹਿਮ ਸਵਾਲ ਜਾਂ ਕਹ ਲਈਏ ਕਿ ਅਹਿਮ ਚਰਚਾ ਇਹੀ ਹੋ ਰਹੀ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਦੀ ਸ਼ਖਸੀਅਤ ਨੂੰ ਬਾਕੀ ਸਾਰੇ ਜਥੇਦਾਰਾਂ ਦੀ ਕੰਪੈਰੀਜ਼ਨ ਜਦੋਂ ਕਰਦੇ ਹੈ, ਕੰਪੇਅਰ ਕਰਦੇ ਹਾਂ, ਤਾਂ ਉਹਨਾਂ ਦੀ ਸ਼ਖਸੀਅਤ ਦੇ ਵਿੱਚੋਂ ਕੁਝ ਖਾਸ ਗੱਲਾਂ ਸਾਹਮਣੇ ਆਉਂਦੀਆਂ ਨੇ ਕਿ ਬੜੀ ਸੂਝ ਸਮਝ ਰੱਖਣ ਵਾਲੇ ਨੇ, ਇਤਿਹਾਸ ਦੀ ਸਮਝ ਰੱਖਣ ਵਾਲੇ ਨੇ, ਲਿਆਕਤ ਨਾਲ ਬੋਲਣ ਵਾਲੇ ਨੇ, ਪੜ੍ਹੇ ਲਿਖੇ ਨੇ ਔਰ ਛੋਟੀ ਉਮਰ ਦੇ ਨੇ, ਜਜ਼ਬੇ ਵਾਲੇ ਨੇ। ਸੋ ਤਖ਼ਤ ਸ੍ਰੀ ਦਮਦਮਾ ਸਾਹਿਬ ਤੇ ਪਿਛਲੇ 1 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਜਦੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਮੁੱਖ ਸੇਵਾਦਾਰ, ਅਸਲ ਤੌਰ ਤੇ ਮੁੱਖ ਸੇਵਾਦਾਰ ਹੁੰਦੇ ਨੇ ਜਿਨ੍ਹਾਂ ਨੂੰ ਜਥੇਦਾਰ ਦਾ ਨਾਮ ਦਿੱਤਾ ਗਿਆ, ਉਸ ਸੇਵਾ ਤੇ ਤਾਇਨਾਤ ਨੇ। और हुण जो ਆਪਾਂ कह ਲਈਏ कि एक इम्तिहान की घड़ी है ਗਿਆਨੀ ਹਰਪ੍ਰੀਤ ਸਿੰਘ ਦੇ ਲਈ। ਹਾਲਾਂਕਿ ਕਾਰਜਕਾਰੀ ਜਥੇਦਾਰ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ, ਲੋਕਾਂ ਵੱਲੋਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਇੱਕ ਰਬੜ ਸਟੈਂਪ ਹੈ ਜਿਹੜੀ ਉਹ ਬਿਠਾਈ ਗਈ ਹੈ। ਇਹ ਸੋਸ਼ਲ ਮੀਡੀਆ ਦੇ ਪ੍ਰਤੀਕਰਮ ਨੇ ਉਹ ਨੇ ਔਰ ਵੱਖ-ਵੱਖ ਜਥੇਬੰਦੀਆਂ ਜਿਨ੍ਹਾਂ ਨੂੰ ਰੋਸ ਹੈ, ਜਿਨ੍ਹਾਂ ਦਾ ਇਲਜ਼ਾਮ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੀ ਜਿਹੜੀ ਮਾਣ ਮਰਿਆਦਾ ਉਸਦੀ ਸਾਖ ਨੂੰ ਬੜਾ ਧੱਕਾ ਪਹੁੰਚਿਆ ਪਿਛਲੇ 10 ਸਾਲਾਂ ਦੇ ਵਿੱਚ। ਜੋ ਸ਼੍ਰੀ ਅਕਾਲ ਤਖਤ ਸਾਹਿਬ ਦੀ ਮਹਿਮਾ ਤੇ ਗਰਿਮਾ ਸੀ ਉਹ ਬਰਕਰਾਰ ਨਹੀਂ ਰਹੀ, ਕਿਉਂਕਿ ਜਿਹੜੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਹੁਕਮਨਾਮੇ ਜਾਰੀ ਹੁੰਦੇ ਨੇ ਉਹ ਲਿਖੇ ਕਿਤੇ ਹੋਰ ਜਾਂਦੇ ਨੇ, ਪਰ ਪੜ੍ਹੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਜਾਂਦੇ ਨੇ। ਔਰ ਕਿਤੇ ਨਾ ਕਿਤੇ ਕਠਪੁਤਲੀ ਹੈ ਜਿਹੜੀ ਉਹ ਸ਼੍ਰੋਮਣੀ ਅਕਾਲੀ ਦਲ ਦੀ ਤਖਤ ਸਾਹਿਬ ਦੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਮੰਨਿਆ ਜਾਂਦਾ ਹੈ। ਔਰ ਕਿਤੇ ਨਾ ਕਿਤੇ ਜਦੋਂ ਕੁਝ ਹੁਕਮਨਾਮੇ ਇਹੋ ਜਿਹੇ ਜਾਰੀ ਹੁੰਦੇ ਨੇ ਤਾਂ ਖਾਸ ਕਰਕੇ ਜੋ ਸਿਰਸੇ ਵਾਲੇ ਨੂੰ ਮਾਫ ਕਰਨ ਦਾ ਜੋ ਹੁਕਮਨਾਮਾ ਸੀ, ਉਸ ਤੋਂ ਬਾਅਦ ਪੱਕੇ ਤੌਰ ਤੇ ਮੰਨਿਆ ਜਾਣ ਲੱਗਿਆ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਹੁਕਮਨਾਮੇ ਨੇ ਉਹ ਸਿਰਫ ਬਾਦਲਾਂ ਦੇ ਹੁਕਮ ਹੁੰਦੇ ਨੇ ਜਿਹੜੇ ਸੰਗਤ ਨੂੰ ਪੜ੍ਹ ਕੇ ਸੁਣਾਏ ਜਾਂਦੇ ਨੇ, ਇੱਕ ਤਰ੍ਹਾਂ ਦੇ ਨਾਲ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਵਰਤਿਆ ਜਾਂਦਾ। ਸੋ ਹੁਣ ਗਿਆਨੀ ਹਰਪ੍ਰੀਤ ਸਿੰਘ ਦੇ ਸਾਹਮਣੇ ਬਹੁਤ ਸਾਰੀਆਂ ਚੁਣੌਤੀਆਂ ਨੇ। ਐਕਟਿੰਗ ਜਥੇਦਾਰ ਦੀ ਉਹਨਾਂ ਨੂੰ ਜਿਹੜੀ ਪਦਵੀ ਹੈ ਉਹ ਦਿੱਤੀ ਗਈ ਹੈ, ਬਹੁਤ ਸਾਰੀਆਂ ਚੁਣੌਤੀਆਂ ਨੇ। ਪੰਥ ਇਸ ਵੇਲੇ
ਮੁਸ਼ਕਿਲ ਹਾਲਾਤ ਦੇ ਵਿੱਚੋਂ ਗੁਜ਼ਰ ਰਿਹਾ ਹੈ, ਏਕਤਾ ਪੰਥ ਦੇ ਵਿੱਚ ਨਹੀਂ ਹੈਗੀ, ਉਹ ਏਕਤਾ ਕਿਸ ਤਰ੍ਹਾਂ ਉਹਨਾਂ ਨੇ ਕਾਇਮ ਕਰਨੀ ਹੈ, ਜਿਸ ਦੇ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਪੂਰੀ ਤਰ੍ਹਾਂ ਫੇਲ ਰਹੇ ਨੇ। ਇਹ ਦੋ ਸੰਪਰਦਾਵਾਂ ਨੇ ਦਮਦਮੀ ਟਕਸਾਲ ਤੇ ਨਾਲ ਹੀ ਨਾਲ ਇਸ ਵੇਲੇ ਜਿਹੜੀ ਲੜਾਈ ਹੈ ਦੋ ਸੰਪਰਦਾਵਾਂ ਦੇ ਵਿੱਚ, ਦਮਦਮੀ ਟਕਸਾਲ ਦੇ ਮੁਖੀ ਗਿਆਨੀ ਹਰਨਾਮ ਸਿੰਘ ਧੁੰਮਾ ਤੇ ਰਣਜੀਤ ਸਿੰਘ ਢੱਡਰੀਆਂ ਵਾਲੇ ਜਿਹੜੇ ਕਿ ਪ੍ਰਸਿੱਧ ਪ੍ਰਚਾਰਕ ਨੇ, ਉਹਨਾਂ ਦੇ ਵਿਚਲੀ ਲੜਾਈ ਪਿਛਲੇ 2 ਸਾਲਾਂ ਤੋਂ ਚੱਲ ਰਹੀ ਹੈ, ਉਹ ਹਾਲੇ ਤੱਕ ਖਤਮ ਨਹੀਂ ਹੋ ਪਾ ਰਹੀ। ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਨੂੰ ਜੋ ਮੰਨਣ ਤੋਂ ਇਨਕਾਰੀ ਨੇ ਜਿਹੜੇ ਰਣਜੀਤ ਸਿੰਘ ਢੱਡਰੀਆਂ ਵਾਲੇ ਨੇ। ਸੋ ਇਸ ਤਰ੍ਹਾਂ ਦੀਆਂ ਬਹੁਤ ਚੁਣੌਤੀਆਂ ਦੇ ਨਾਲ ਹੀ ਨਾਲ ਬਰਗਾੜੀ ਕਾਂਡ ਨੂੰ ਲੈ ਕੇ ਬਰਗਾੜੀ ਮੋਰਚੇ ਦੀ ਹਮਾਇਤ ਉਹ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਬਿਲਕੁਲ ਨਹੀਂ ਕੀਤੀ ਜਾ ਰਹੀ। ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਦੇ ਲਈ ਕੀ ਪਹਿਲ ਕੀਤੀ ਜਾਂਦੀ ਹੈ, ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਦੇ ਵਿੱਚ, ਇਹ ਵੀ ਦੇਖਣਾ ਅਹਿਮ ਰਹੇਗਾ। ਸੋ ਅੱਜ ਦਾ ਵਿਚਾਰ ਤੁਹਾਨੂੰ ਕਿਵੇਂ ਦਾ ਲੱਗਿਆ, ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸਾਡੇ ਫੇਸਬੁੱਕ ਪੇਜ ਤੇ। ਤੁਸੀਂ ਜੋ ਪ੍ਰੋਗਰਾਮ ਚੱਲ ਰਿਹਾ ਹੈ ਉਸ ਦੇ ਵਿੱਚ ਤੁਸੀਂ ਕਮੈਂਟ ਕਰਕੇ ਸਾਨੂੰ ਦੱਸ ਸਕਦੇ ਹੋ, ਨਾਲ ਹੀ ਨਾਲ ਸਾਨੂੰ ਪਰਸਨਲ ਮੈਸੇਜ ਵੀ ਕਰ ਸਕਦੇ ਹੋ। ਤੇ ਰੇਡੀਓ ਆਪਣਾ ਸਾਂਝਾ ਪੰਜਾਬ ਤੇ ਮੈਂ ਪੰਜਾਬ ਬੋਲਦਾ ਪ੍ਰੋਗਰਾਮ ਪੰਜਾਬ ਦੇ ਜਿਹੜੇ ਲਿਸਨਰ ਤੇ ਵੀਅਰ ਨੇ ਉਹ ਰੋਜ਼ਾਨਾ 6:30 ਤੋਂ ਲੈ ਕੇ 7:30 ਵਜੇ ਤੱਕ ਰੋਜ਼ਾਨਾ ਸੁਣ ਸਕਦੇ ਨੇ, ਸਾਡੇ ਨਾਲ ਜੁੜ ਸਕਦੇ ਨੇ, ਨਾਲ ਹੀ ਨਾਲ ਮਹਿਮਾਨਾਂ ਦੇ ਨਾਲ ਗੱਲਬਾਤ ਕਰ ਸਕਦੇ ਨੇ। ਅਮਰੀਕਾ ਤੇ ਕੈਨੇਡਾ ਦੇ ਜਿਹੜੇ ਵਿਊਅਰਸ ਨੇ ਉਹ ਰੋਜ਼ਾਨਾ ਰਾਤੀ 8 ਵਜੇ ਤੋਂ ਲੈ ਕੇ 9 ਵਜੇ ਤੱਕ ਪ੍ਰੋਗਰਾਮ ਮੈਂ ਪੰਜਾਬ ਬੋਲਦਾ ਦੇ ਵਿੱਚ ਜੁੜ ਸਕਦੇ ਹੋ। ਅੱਜ ਦਾ ਪ੍ਰੋਗਰਾਮ ਤੁਹਾਨੂੰ ਕਿਵੇਂ ਦਾ ਲੱਗਿਆ ਤੁਸੀਂ ਲਿਖ ਕੇ ਜ਼ਰੂਰ ਭੇਜਣਾ। ਕੱਲ੍ਹ ਨੂੰ ਕਿਸੇ ਹੋਰ ਮੁੱਦੇ ਤੇ ਨਵੀਂ ਪੰਜਾਬ ਤੇ ਪੰਜਾਬੀਆਂ ਦੇ ਨਾਲ ਜੁੜੀ ਕੋਈ ਚਰਚਾ ਉਸ ਨੂੰ ਲੈ ਕੇ ਤੁਹਾਡੇ ਸਾਹਮਣੇ ਅਸੀਂ ਹਾਜ਼ਰ ਹੋਵਾਂਗੇ। ਅੱਜ ਦੇ ਉਹ ਆ ਗਿਆ, ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।